ਨੈਕਸਟ ਟੌਪਿਕ ਆਪਣੇ ਕੋਲ ਹੈਗਾ ਇੰਟਰਪ੍ਰੀਨਿਓਰਸ਼ਿਪ ਵਰਸਸ ਇੰਟਰਾਪ੍ਰੀਨਿਓਰ। ਪਹਿਲਾਂ ਪੜ੍ਹਦੇ ਆਪਾਂ ਇੰਟਰਪ੍ਰੀਨਿਓਰ ਦੀ ਪ੍ਰੋਸੈਸ ਕੀ ਹੈਗੀ। ਇੰਟਰਪ੍ਰੀਨਿਓਰਲੀ ਪ੍ਰੋਸੈਸ, ਸਭ ਤੋਂ ਪਹਿਲਾ ਪ੍ਰੋਸੈਸ ਹੈਗਾ ਆਇਡੈਂਟੀਫਾਈ ਦੀ ਓਪਰਚੁਨਿਟੀਜ਼। ਜਿਹੜੇ ਇੰਟਰਪ੍ਰੀਨਿਓਰ ਪਰਸਨ ਹੁੰਦੇ ਨੇ ਹਮੇਸ਼ਾ ਓਪਰਚੁਨਿਟੀ ਨੂੰ ਦੇਖਦੇ ਨੇ ਵੀ ਕਿੱਥੇ ਸਾਨੂੰ ਕੋਈ ਓਪਰਚੁਨਿਟੀ ਮਿਲੂਗੀ ਵੀ ਅਸੀਂ ਆਪਣਾ ਬਿਜ਼ਨਸ ਸਟਾਰਟ ਕਰ ਲਈਏ। ਕਦੇ ਵੀ ਉਹ ਕਨਫਿਊਜ਼ਨ ਦੇ ਵਿੱਚ ਜਾਂ ਕੰਟਰਾਡਿਕਸ਼ਨ ਦੇ ਵਿੱਚ ਨਹੀਂ ਆਉਂਦੇ ਹੈਗੇ ਵੀ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਜਾਂ ਫਿਰ ਕਨਫਿਊਜ਼ਨ 'ਚ ਆ ਕੇ ਬਿਜ਼ਨਸ ਸਟਾਰਟ ਕਰਨਗੇ, ਕਦੀ ਨਹੀਂ ਹੁੰਦਾ। ਹਮੇਸ਼ਾ ਓਪਰਚੁਨਿਟੀ ਦੇਖਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਹੈਗਾ ਵੀ ਬੈਸਟ ਹੈਗਾ, ਕਿਹੜੀ ਚੀਜ਼ ਉਹ ਕਰ ਸਕਦੇ ਨੇ, ਕਿਹੜੀ ਚੀਜ਼ ਨਹੀਂ ਕਰ ਸਕਦੇ, ਉਸ ਬੇਸ ਤੇ ਉਹ ਆਪਣਾ ਬਿਜ਼ਨਸ ਸਟਾਰਟ ਕਰ ਲੈਂਦੇ ਨੇ। ਦੂਸਰਾ ਹੈਗਾ ਇਸਟੈਬਲਿਸ਼ ਏ ਵਿਜ਼ਨ। ਇਸਟੈਬਲਿਸ਼ ਏ ਵਿਜ਼ਨ ਦਾ ਮਤਲਬ ਕੀ ਹੁੰਦਾ ਵੀ ਉਹ ਓਪਰਚੁਨਿਟੀ ਦੇ ਨਾਲ ਇਹ ਦੇਖਦੇ ਨੇ ਵੀ ਅਸੀਂ ਉਸ ਲਾਈਨ ਦੇ ਵਿੱਚ ਕਿੰਨੀ ਕੁ ਅੱਗੇ ਤੱਕ ਜਾ ਸਕਦੇ ਹਾਂ। ਕਿਉਂਕਿ ਜਦੋਂ ਉਹਨਾਂ ਨੇ ਓਪਰਚੁਨਿਟੀ ਸੈਟਅਪ ਕੀਤੀ ਹੁੰਦੀ ਹੈ ਵੀ ਸਾਨੂੰ ਪਤਾ ਵੀ ਆ ਮੌਕਾ ਮਿਲ ਗਿਆ ਬਿਜ਼ਨਸ ਸਟਾਰਟ ਕਰਨ ਦਾ, ਫਿਰ ਉਹ ਆਪਣੇ ਆਬਜੈਕਟਿਵ ਸੈਟਅਪ ਕਰ ਲੈਂਦੇ ਨੇ। ਮੀਨਸ ਉਹ ਦੂਰ ਦੀ ਸੋਚਦੇ ਨੇ ਬਿਜ਼ਨਸ ਕਿੰਨਾ ਕੁ ਐਕਸਪੈਂਡ ਕਰਨਾ ਹੈਗਾ, ਕਿੱਥੇ ਤੱਕ ਅਸੀਂ ਆਪਣੇ ਬਿਜ਼ਨਸ ਨੂੰ ਲੈ ਜਾ ਸਕਦੇ ਹੈਗੇ। ਉਸ ਤੋਂ ਬਾਅਦ ਹੈਗਾ ਪਰਸੂਏਟ ਅਦਰਸ। ਪਰਸੂਏਟ ਅਦਰ ਦਾ ਮਤਲਬ ਹੋ ਗਿਆ ਕਿ ਸਿਰਫ ਇੰਟਰਪ੍ਰੀਨਿਓਰ ਜਿਹੜੇ ਪਰਸਨ ਉਹ ਸਿੰਗਲ ਪਰਸਨ ਕਦੀ ਕੰਮ ਨਹੀਂ ਕਰਦੇ ਹੈਗੇ। ਆਪਣੇ ਨਾਲ ਜਿੰਨੇ ਹੋਰ ਪਰਸਨ ਨੇ ਉਹਨਾਂ ਨੂੰ ਵੀ ਆਪਣੀ ਸਕਿੱਲਸ ਦੇ ਅਕੋਰਡਿੰਗ ਜਾਂ ਫਿਰ ਆਪਣੀ ਉਹਨਾਂ ਕੋਲ ਜੋ ਨੌਲੇਜ ਵਗੈਰਾ ਹੁੰਦੀ ਉਸ ਦੇ ਅਕੋਰਡਿੰਗ ਦੂਸਰੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਜਿਹੜੇ ਪਰਸਨ ਉਹਨਾਂ ਨਾਲ ਮਿਲ ਕੇ ਬਿਜ਼ਨਸ ਦੇ ਵਿੱਚ ਬਿਜ਼ਨਸ ਨੂੰ ਅੱਗੇ ਵਧਾਉਣ। ਕਿਉਂਕਿ ਇੰਟਰਪ੍ਰੀਨਿਓਰ ਦਾ ਕੀ ਹੈ, ਇੱਕ ਵਿਜ਼ਨ ਦੇਖ ਕੇ ਜਾਂ ਓਪਰਚੁਨਿਟੀ ਦੇਖ ਕੇ ਬਿਜ਼ਨਸ ਸਟਾਰਟ ਕਰ ਲੈਂਦਾ ਹੈ। ਅੱਗੋਂ ਕੰਮ ਕਰਨ ਵਾਲੇ ਪਰਸਨਸ ਹੀ ਹੁੰਦੇ ਨੇ ਜਿਹੜੇ ਪਰਸਨਸ ਮੀਨਸ ਉਹਦਾ ਕੰਮ ਅੱਗੇ ਵਧਾਉਂਦੇ ਨੇ ਔਰ ਉਹਦਾ ਕੰਮ ਅੱਗੇ ਨਿਕਲਦਾ ਚਲਾ ਜਾਂਦਾ ਹੈਗਾ। ਫੋਰਥ ਹੈਗਾ ਗੈਦਰ ਰਿਸੋਰਸਿਸ। ਗੈਦਰ ਰਿਸੋਰਸਿਸ ਮਤਲਬ ਕਿ ਜਦੋਂ ਇੰਟਰਪ੍ਰੀਨਿਓਰ ਬਿਜ਼ਨਸ ਸੈਟਅਪ ਕਰ ਲੈਂਦਾ ਫਿਰ ਆਪਣੇ ਰਿਸੋਰਸਿਸ ਇਕੱਠੇ ਕਰਦਾ ਹੈਗਾ। ਸਭ ਤੋਂ ਪਹਿਲਾਂ ਫਾਈਨਾਂਸ ਦਾ ਮਤਲਬ ਪੈਸਾ ਚਾਹੀਦਾ ਬਿਜ਼ਨਸ ਕਰਨ ਲਈ, ਉਹ ਇਕੱਠਾ ਕਰੂਗਾ। ਦੂਸਰਾ ਆਪਰੇਟਿੰਗ ਕਰਨ ਲਈ ਮੀਨਸ ਉਹਨਾਂ ਕੋਲ ਜਿਹੜੇ ਲੇਬਰਸ ਵਗੈਰਾ ਹੋ ਗਈ ਜਾਂ ਉਹਨਾਂ ਦਾ ਸਿਸਟਮ ਹੋ ਗਿਆ, ਮਸ਼ੀਨਸ ਵਗੈਰਾ ਹੋ ਗਈਆਂ, ਉਹਨਾਂ ਨੂੰ ਇਕੱਠਾ ਕਰਨਾ ਹੈਗਾ। ਥਰਡ ਹੈਗਾ ਹਿਊਮਨਸ, ਜਿੰਨੇ ਪ੍ਰਕਾਰ ਦੇ ਲੇਬਰਸ ਜਾਂ ਫਿਰ ਸਕਿਲਫੁਲ ਪਰਸਨਸ ਉਹਦੀ ਰਿਕੁਆਇਰਮੈਂਟ ਹੈਗੀ ਹੈ। ਫੋਰਥ ਹੈਗਾ ਇਨਫੋਰਮੇਸ਼ਨ ਦਾ ਮਤਲਬ ਕਿ ਮਾਰਕੀਟ ਦੇ ਵਿੱਚ ਕੀ ਨੌਲੇਜ ਚੱਲ ਰਹੀ ਹੈਗੀ ਹੈ, ਲੋਕਾਂ ਦਾ ਡਿਮਾਂਡ ਕਿੱਦਾਂ ਦੀ ਹੈਗੀ ਹੈ, ਟੇਸਟ ਕਿੱਦਾਂ ਦਾ ਹੈ। ਕਿਉਂਕਿ ਆਪਣਾ ਪ੍ਰੋਡਕਟ ਜਦੋਂ ਮਾਰਕੀਟ ਦੇ ਵਿੱਚ ਉਤਾਰਨਾ ਤਾਂ ਪਹਿਲਾਂ ਲੋਕਾਂ ਤੋਂ ਇੱਕ ਐਜ਼ ਜਿਵੇਂ ਆਪਾਂ ਕਹਿੰਦੇ ਹੈਗੇ ਆ ਗਿਫਟ ਦੇ ਤੌਰ ਤੇ ਜਾਂ ਫਿਰ ਸੈਂਪਲ ਦੇ ਤੌਰ ਤੇ ਮਾਰਕੀਟ ਜ਼ਰੂਰ ਜਾਂਦੀ ਹੈਗੀਆਂ ਚੀਜ਼ਾਂ, ਤਾਂ ਲੋਕਾਂ ਨੂੰ ਦੇਖਦੇ ਲੋਕ ਕਿੰਨਾ ਪ੍ਰਭਾਵਿਤ ਹੁੰਦੇ ਹੈਗੇ ਉਸ ਚੀਜ਼ ਤੋਂ। ਨੈਕਸਟ ਹੈਗਾ ਕ੍ਰੀਏਟ ਨਿਊ ਵੈਂਚਰਸ। ਜਦੋਂ ਉਹਨਾਂ ਕੋਲ ਫਾਈਨਾਂਸ ਵਗੈਰਾ ਇਕੱਠਾ ਮੀਨਸ ਰਿਸੋਰਸਿਸ ਇਕੱਠੇ ਹੋ ਜਾਂਦੇ ਨੇ ਤਾਂ ਫਿਰ ਇੱਕ ਕੰਪਨੀ ਸੈਟਅਪ ਹੋ ਜਾਂਦੀ ਹੈ। ਹਮੇਸ਼ਾ ਇੰਟਰਪ੍ਰੀਨਿਓਰ ਪਹਿਲਾਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਫਿਰ ਆਪਣੀ ਬਿਜ਼ਨਸ ਸੈਟਅਪ ਕਰਦੇ ਹੈਗੇ। ਨਿਊ ਵੈਂਚਰ ਦਾ ਮਤਲਬ ਕੀ ਹੋ ਗਿਆ, ਨਵੇਂ ਇੱਕ ਬਿਜ਼ਨਸ ਸਟਾਰਟ ਹੋ ਜਾਂਦਾ ਜਿਹਦੇ ਵਿੱਚ ਕੀ ਉਹਨਾਂ ਦਾ ਬਿਜ਼ਨਸ ਚੱਲਦਾ ਹੈ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਉਹ ਪ੍ਰੋਡਕਸ਼ਨ ਕਰਦੇ ਨੇ ਜਾਂ ਫਿਰ ਕੋਈ ਟ੍ਰੇਡਿੰਗ ਦਾ ਬਿਜ਼ਨਸ, ਜਿਸ ਬਿਜ਼ਨਸ ਨਾਲ ਵੀ ਉਹਨਾਂ ਨੂੰ ਲੱਗਦਾ ਹੈਗਾ ਜਦੋਂ ਵੀ ਇੰਟਰਪ੍ਰੀਨਿਓਰ ਪਰਸਨ ਆਊਗਾ ਆਪਣੀ ਸਕਿੱਲ ਨਾਲ ਹੀ ਬਿਜ਼ਨਸ ਸੈਟਅਪ ਕਰਦਾ ਹੋ। ਚੇਂਜ ਐਂਡ ਅਡਾਪਟ ਵਿਦ ਟਾਈਮ। ਜਿਵੇਂ ਕਹਿੰਦਾ ਟਾਈਮ ਚੇਂਜਸ ਹੁੰਦਾ ਜਾਂਦਾ ਹੈਗਾ, ਜਿਵੇਂ ਕੋਈ ਨਿਊ ਟੈਕਨੋਲੋਜੀ ਆ ਗਈ ਜਾਂ IT ਸੈਕਟਰ ਵੀ ਕੁਝ ਚੇਂਜਸ ਆ ਗਈਆਂ ਤਾਂ ਉਹਨਾਂ ਚੇਂਜਸ ਨੂੰ ਵੀ ਅਡਾਪਟ ਕਰਦੇ ਚਲੇ ਜਾਂਦੇ ਹੈਗੇ ਇੰਟਰਪ੍ਰੀਨਿਓਰ। ਇਹ ਹੈਗੀ ਤੁਹਾਡੀ ਇੰਟਰਪ੍ਰੀਨਿਓਰ ਦੀ ਪ੍ਰੋਸੈਸ। ਕਈ ਵਾਰ ਕੁਐਸਚਨ ਇਹੀ ਪੁੱਛ ਲੈਂਦੇ ਨੇ। ਉਸ ਤੋਂ ਬਾਅਦ ਹੈਗਾ ਇੰਟਰਾਪ੍ਰੀਨਿਓਰਸ਼ਿਪ। ਆਪਾਂ ਨੇ ਪੜ੍ਹਿਆ ਇੰਟਰਪ੍ਰੀਨਿਓਰਸ਼ਿਪ ਜਿਹੜੇ ਆਪਣੀ ਸਕਿੱਲ ਨਾਲ ਬਿਜ਼ਨਸ ਸਟਾਰਟ ਕਰਦੇ ਨੇ। ਇੰਟਰਾਪ੍ਰੀਨਿਓਰਸ਼ਿਪ ਕੀ ਹੈ? ਇੰਟਰਾਪ੍ਰੀਨਿਓਰਸ਼ਿਪ ਉਹ ਪਰਸਨ ਹੁੰਦੇ ਨੇ ਜਿਹੜੇ ਕਿਸੇ ਕੰਪਨੀਆਂ ਦੇ ਵਿੱਚ ਲੱਗੇ ਹੁੰਦੇ ਨੇ ਵਿਦ ਕਿਸੇ ਰੀਜ਼ਨ ਜਾਂ ਕੋਈ ਹੋਰ ਪਰਸਨਲ ਰੀਜ਼ਨਸ ਕਰਕੇ ਕੰਪਨੀ ਉਹ ਲੀਵ ਕਰਕੇ ਆਪਣਾ ਬਿਜ਼ਨਸ ਸਟਾਰਟ ਕਰ ਲੈਂਦੇ ਹੈਗੇ ਨੇ। ਮੀਨਸ ਕਿਸੇ ਕੰਪਨੀ 'ਚ ਲੱਗੇ, ਉੱਥੇ ਉਹਨਾਂ ਨੇ ਨੌਲੇਜ ਗੇਨ ਕਰੀ, ਉਸ ਕੰਪਨੀ ਚੋਂ ਹਟ ਕੇ ਉੱਥੇ ਹੀ ਬਿਜ਼ਨਸ ਮੀਨਸ ਉਸੇ ਕੰਪਨੀ ਦਾ ਰਾਈਵਲਰੀ ਬਣ ਜਾਂ ਕੰਪੀਟੀਟਰ ਬਣ ਜਾਂਦੇ ਨੇ, ਬਿਜ਼ਨਸ ਸਟਾਰਟ ਕਰ ਲੈਂਦੇ ਨੇ। ਇਦਾਂ ਦੇ ਪਰਸਨਸ ਕਿਹੜੇ ਹੁੰਦੇ ਨੇ? ਇੰਟਰਪ੍ਰੀਨਿਓਰ ਹੁੰਦੇ ਨੇ ਜਿਹੜੀ ਆਪਣੀ ਸਕਿੱਲਸ ਦੇ ਨਾਲ ਕੁਝ ਨਾ ਕੁਝ ਨਿਊ ਲੈ ਕੇ ਆਉਂਦੇ ਨੇ। ਲੇਕਿਨ ਇੰਟਰਾਪ੍ਰੀਨਿਓਰਸ਼ਿਪ ਉਹ ਪਰਸਨਸ ਹੁੰਦੇ ਨੇ ਜਿਹੜਾ ਦੂਸਰੇ ਦੇ ਬਿਜ਼ਨਸ ਨੂੰ ਸਮਝ ਕੇ ਉਹਦਾ ਹੀ ਬਿਜ਼ਨਸ ਆਪਣਾ ਖੁਦ ਚਾਲੂ ਕਰ ਲੈਂਦੇ ਹੈਗੇ ਨੇ, ਉਹਨਾਂ ਨੂੰ ਅਸੀਂ ਇੰਟਰਪ੍ਰੀਨਿਓਰ ਕਹਿੰਦੇ ਹੈਗੇ। ਉਹਦੀ ਵੀ ਸਕਿੱਲਸ ਹੀ ਹੁੰਦੀਆਂ ਨੇ ਕਿਉਂਕਿ ਪਹਿਲਾਂ ਉਹ ਬੰਦੇ ਸਮਝਦੇ ਨੇ ਕਿਸੇ ਕੰਪਨੀ ਲੱਗੇ ਵੀ ਕੀ ਬਿਜ਼ਨਸ ਚੱਲ ਰਿਹਾ ਹੈਗਾ, ਉਹ ਸਾਰੀ ਚੀਜ਼ ਸਮਝ ਕੇ ਕੰਪਨੀ ਲੀਵ ਕਰਕੇ ਆਪਣਾ ਬਿਜ਼ਨਸ ਸੈਟਅਪ ਕਰ ਲੈਂਦੇ ਨੇ। ਇੰਟਰਪ੍ਰੀਨਿਓਰਸ਼ਿਪ ਦੀ ਕਰੈਕਟਰਿਸਟਿਕ। ਇੰਟਰਪ੍ਰੀਨਿਓਰ ਬ੍ਰਿਜ ਬਿਟਵੀਨ ਦੀ ਗੈਪ ਬਿਟਵੀਨ ਇਨਵੈਂਟਰਸ ਐਂਡ ਮੈਨੇਜਰਸ। ਇੰਟਰਪ੍ਰੀਨਿਓਰ ਕੀ ਹੈ? ਇਨਵੈਂਟਰ ਐਂਡ ਮੈਨੇਜਰ ਦੇ ਵਿੱਚ ਗੈਪ ਜੋ ਹੈ ਉਹਨੂੰ ਦੂਰ ਕਰਦੇ ਹੈਗੇ ਨੇ ਕਿਉਂਕਿ ਇਹ ਨਵੇਂ ਆਈਡੀਆ ਲੈ ਕੇ ਆਉਂਦੇ ਨੇ ਪ੍ਰੋਫਿਟ ਵਧਾਉਣ ਲਈ। ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਇੰਟਰਪ੍ਰੀਨਿਓਰ ਪਰਸਨਸ ਵੀ ਹੁੰਦੇ ਨੇ। ਬਹੁਤ ਸਾਰੀਆਂ ਕੰਪਨੀਆਂ ਸ਼ਾਇਦ ਤੁਸੀਂ ਸਮਝਿਆ ਹੋਊ ਜਿਵੇਂ ਕੰਪਨੀਆਂ ਕਾਫੀ ਇੰਪਲੋਈਜ਼ ਨੂੰ ਜਾਣ ਨਹੀਂ ਦਿੰਦੀਆਂ ਹੈਗੀਆਂ। ਉਹਦਾ ਰੀਜ਼ਨ ਕੀ ਹੁੰਦਾ? ਕਹਿੰਦੇ ਸਾਡੇ ਕੋਲ ਲਗਾਤਾਰ ਕੰਮ ਕਰਦੇ ਰਹਿਣ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਕੋਲ ਸਕਿੱਲਸ ਹੈਗੇ ਨੇ। ਅਗਰ ਇਹ ਸਾਡੀ ਕੰਪਨੀ ਛੱਡ ਕੇ ਕੱਲ ਨੂੰ ਕਿਸੇ ਹੋਰ ਨੂੰ ਕੰਮ ਕਰਵਾ ਦੇਣਗੇ ਜਾਂ ਅਗਰ ਇਹਨਾਂ ਨੇ ਆਪਣਾ ਕੰਮ ਕਰ ਲਿਆ ਤਾਂ ਸਾਨੂੰ ਵੀ ਉਸ ਚੀਜ਼ ਦਾ ਲੋਸ ਹੋ ਸਕਦਾ ਹੈ। ਦੇ ਹੈਵ ਏ ਵਿਜ਼ਨ ਐਂਡ ਕੋਰੇਜ ਟੂ ਰਿਅਲਾਈਜ਼ ਇਟ। ਜਿਹੜੇ ਇੰਟਰਪ੍ਰੀਨਿਓਰ ਪਰਸਨ ਨੇ ਉਹਨਾਂ ਦਾ ਵੀ ਆਪਣੇ ਵਿਜ਼ਨਸ ਹੁੰਦੇ ਨੇ ਔਰ ਉਹਨਾਂ ਨੂੰ ਰਿਅਲਾਈਜ਼ ਹੁੰਦਾ ਵੀ ਉਹਨਾਂ ਦੀ ਵੈਲਿਊ ਕੀ ਹੈਗੀ, ਆਪਣੀ ਵੈਲਿਊ ਦੇ ਅਕੋਰਡਿੰਗ ਹੀ ਉਹ ਕੰਮ ਕਰਦੇ ਨੇ। ਦੇ ਕੈਨ ਇਮੇਜਿਨ ਵਾਟ ਹੈਪਨਸ, ਪ੍ਰੋਸਪੈਕਟਸ ਵਿਲ ਫੋਲੋ ਦੀ ਵੇ ਕਸਟਮਰ ਰਿਸਪੌਂਡ ਟੂ ਦੇਅਰ ਇਨੋਵੇਸ਼ਨ। ਉਹ ਹਮੇਸ਼ਾ ਇਮੇਜਿਨ ਕਰਕੇ ਚੱਲਦੇ ਹੈਗੇ ਨੇ ਕਿ ਜਿਹੜੀ ਚੀਜ਼ ਉਹ ਕਰਨਗੇ ਕਸਟਮਰ ਉਹਨੂੰ ਕਿਸ ਤਰ੍ਹਾਂ ਫੋਲੋ ਕਰਨਗੇ, ਕਿਉਂਕਿ ਉਹਨਾਂ ਨੂੰ ਪ੍ਰੋਪਰ ਨੌਲੇਜ ਹੋਈ ਹੁੰਦੀ ਹੈ ਪਹਿਲਾਂ ਤੋਂ ਹੀ। ਕਿਸੇ ਕੰਪਨੀ ਜਦੋਂ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਵੀ ਕਸਟਮਰ ਕਿਵੇਂ ਚੱਲ ਰਿਹਾ, ਇਸ ਕੰਪਨੀ ਨਾਲ ਡੀਲ ਕੀ ਕਰ ਰਹੇ ਨੇ, ਕਸਟਮਰ ਦੀ ਰਿਕੁਆਇਰਮੈਂਟ ਕੀ ਹੈਗੀ ਹੈ।
ਦੇ ਹੈਵ ਦੀ ਐਬਿਲਿਟੀ ਟੂ ਪਲਾਨ ਨੈਸੈਸਰੀ ਸਟੈਪ ਟੂ ਐਕਚੁਅਲਾਈਜੇਸ਼ਨ ਦੀ ਆਈਡੀਆ। ਉਹਨਾਂ ਕੋਲ ਕਹਿੰਦਾ ਪਹਿਲਾਂ ਤੋਂ ਹੀ ਪਲਾਨ ਹੁੰਦੇ ਨੇ ਵੀ ਆਪਣੇ ਆਈਡੀਆ ਨੂੰ ਕਿਹੜੇ ਸਟੈਪਸ ਦੇ ਨਾਲ ਉਹਨੇ ਕੰਪਲੀਟ ਕਰਨਾ ਹੈਗਾ, ਕਿਉਂਕਿ ਉਹ ਪਲਾਨ ਤਾਂ ਪਹਿਲਾਂ ਤੋਂ ਸੋਚ ਕੇ ਬੈਠੇ ਉਹਨਾਂ ਨੇ, ਕੰਪਲੀਟ ਕਿਵੇਂ ਕਰਨਾ ਹੈ ਉਹ ਆਪਣੇ ਪਹਿਲੇ ਨੌਲੇਜ ਇਕੱਠੀ ਕਰ ਲੈਂਦੇ ਕੰਪਨੀ ਦੇ ਵਿੱਚ ਕੰਮ ਕਰਦੇ ਕਰਦੇ ਹੀ। ਦੇ ਹੈਵ ਹਾਈ ਨੀਡ ਫॉर ਅਚੀਵਮੈਂਟ ਐਂਡ ਟੇਕ ਮੋਡਰੇਟ ਕੈਲਕੂਲੇਟਡ ਰਿਸਕ। ਉਹਨਾਂ ਦੀ ਅਚੀਵਮੈਂਟ ਵੀ ਹਾਈ ਰੇਟਡ ਦੀ ਹੁੰਦੀ, ਮੀਨਸ ਕੋਈ ਇਹ ਨਹੀਂ ਵੀ ਛੋਟੀ ਮੋਟੀ ਸੋਚਣਾ ਕੰਮ ਕਰਦੇ ਨੇ, ਦੂਰ ਦੀ ਸੋਚਣ ਵਾਲੇ ਪਰਸਨ ਹੁੰਦੇ ਨੇ। ਉਹਨਾਂ ਨੇ ਰਿਸਕ ਵੀ ਪਹਿਲਾਂ ਤੋਂ ਹੀ ਕੈਲਕੂਲੇਟ ਕਰੇ ਹੁੰਦੇ ਨੇ ਮਾਈਂਡ ਦੇ ਵਿੱਚ, ਕਿਉਂਕਿ ਉਹਨਾਂ ਨੂੰ ਬਿਜ਼ਨਸ ਦੇ ਵਿੱਚ ਕੰਮ ਕਰਦੇ ਕਰਦੇ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਅਸੀਂ ਕੰਪਨੀ 'ਚ ਕੰਮ ਕਰ ਰਹੇ ਹਾਂ, ਕਿਸ ਬਿਜ਼ਨਸ ਨਾਲ ਕੰਪਨੀ 'ਚ ਕੰਮ ਹੋ ਰਿਹਾ, ਕਿਹੜੇ ਕਿਹੜੇ ਲੋਸ ਹੋ ਰਹੇ ਨੇ, ਕਿਹੜੀ ਕਿਹੜੀ ਕੋਸਟ ਪੈ ਰਹੀ ਹੈਗੀ ਹੈ, ਉਹ ਪਹਿਲਾਂ ਚੀਜ਼ਾਂ ਹੀ ਮੇਜ਼ਰ ਕਰ ਲੈਂਦੇ ਸਾਰੀਆਂ ਚੀਜ਼ਾਂ। ਦੇ ਆਰ ਡੈਡੀਕੇਟਡ ਟੂ देयर वर्क, ਦੇ ਸ਼ਟ ਆਊਟ ਅਦਰ ਕੰਸਰਨ ਇਨਕਲੂਡਿੰਗ देयर ਫੈਮਿਲੀ ਲਾਈਫ। ਜਿਹੜੇ ਇੰਟਰਪ੍ਰੈਨਿਓਰ ਪਰਸਨ ਹੁੰਦੇ ਨੇ ਉਹ ਹਮੇਸ਼ਾ ਆਪਣੇ ਵਰਕ ਨੂੰ ਹੀ ਜ਼ਿਆਦਾਤਰ ਡੈਡੀਕੇਟਡ ਹੁੰਦੇ ਨੇ, ਹੋਰ ਤਾਂ ਹੋਰ ਆਪਣੀ ਲਾਈਫ ਤੱਕ ਵੀ ਉਹ ਕੈਲਕੂਲੇਟ ਨਹੀਂ ਕਰਦੇ ਹੈਗੇ ਵੀ ਸਾਨੂੰ ਕਿੱਥੇ ਕੀ ਫਾਇਦਾ ਹੋ ਰਿਹਾ। ਉਹ ਹਮੇਸ਼ਾ ਇਹ ਸੋਚ ਕੇ ਚੱਲਦੇ ਹੈਗੇ ਨੇ ਸਾਡੇ ਫਾਇਦੇ ਕੀ ਹੈਗੇ ਨੇ, ਅਸੀਂ ਜਦੋਂ ਚੱਲਦਾ ਹੋਇਆ ਬਿਜ਼ਨਸ ਟੇਕ ਓਵਰ ਕਰਾਂਗੇ ਜਾਂ ਕਿਸੇ ਚੱਲਦੇ ਹੋਏ ਬਿਜ਼ਨਸ ਨੂੰ ਆਪਣੇ ਨਾਲ ਮਿਲਾ ਕੇ ਕੰਮ ਕਰ ਲਾਂਗੇ ਤਾਂ ਉਹਦਾ ਸਾਨੂੰ ਜ਼ਿਆਦਾ ਫਾਇਦਾ ਹੋਊਗਾ। ਤਾਂ ਹਮੇਸ਼ਾ ਇਹ ਸੋਚ ਕੇ ਚੱਲਦੇ ਨੇ, ਕਦੀ ਵੀ ਉਹਨਾਂ ਨੂੰ ਇਹ ਨਹੀਂ ਹੁੰਦਾ ਹੈਗਾ ਵੀ ਸਾਨੂੰ ਕਿੰਨੇ ਕੁ ਲੋਸ ਹੋ ਰਹੇ ਨੇ ਜਾਂ ਪ੍ਰੋਫਿਟ ਹੋਊਗਾ, ਲੇਕਿਨ ਉਹਨਾਂ ਅਚੀਵਮੈਂਟ ਹਮੇਸ਼ਾ ਦੂਰ ਦੀ ਸੋਚਦੇ ਨੇ, ਕਿਉਂਕਿ ਉਹਨਾਂ ਕੋਲ ਸਾਰਾ ਕੁਝ ਪਹਿਲਾਂ ਤੋਂ ਹੀ ਕੈਲਕੂਲੇਸ਼ਨ ਦੇ ਵਿੱਚ ਹੁੰਦਾ ਹੈਗਾ। ਰੀਜ਼ਨ ਫॉर ਪ੍ਰਮੋਟਿੰਗ ਇੰਟਰਪ੍ਰੈਨਿਓਰ ਇਨ ਆਰਗੇਨਾਈਜੇਸ਼ਨ। ਇੰਟਰਪ੍ਰੈਨਿਓਰ ਕਹਿੰਦਾ ਜਿਹੜੇ ਹੁੰਦੇ ਨੇ, ਜਿਹੜੇ ਪਰਸਨ ਮੀਨਸ ਕੰਪਨੀ 'ਚ ਕੰਮ ਕਰਦੇ ਨੇ, ਕੰਪਨੀ ਦੇ ਫਾਇਦੇ ਲਈ ਕੰਮ ਕਰਦੇ ਹੈਗੇ ਨੇ, ਉਹਨਾਂ ਨੂੰ ਕੰਪਨੀ 'ਚ ਰੱਖਣ ਦਾ ਕਿਉਂ ਰੀਜ਼ਨਸ ਹੈਗੇ ਨੇ, ਕਿਉਂ ਕੰਪਨੀ ਵਾਲੇ ਨੂੰ ਆਪਣੇ ਕੋਲ ਰੱਖਦੇ ਨੇ। ਪਹਿਲਾ ਰੀਜ਼ਨ ਲਿਖਿਆ ਹੈਗਾ ਥਰਾਈਵ ਐਂਡ ਵਾਈਬ੍ਰੇਟ ਇਨ ਆਲ ਆਰਗੇਨਾਈਜੇਸ਼ਨ, ਚਾਹੇ ਉਹ ਛੋਟੀ ਆਰਗੇਨਾਈਜੇਸ਼ਨ ਹੋਵੇ ਚਾਹੇ ਵੱਡੀ ਆਰਗੇਨਾਈਜੇਸ਼ਨ ਹੋਵੇ। ਇੰਟਰਪ੍ਰੈਨਿਓਰ ਪਰਸਨ ਤੁਹਾਨੂੰ ਹਰ ਜਗ੍ਹਾ ਮਿਲਣਗੇ। ਉਹਨਾਂ ਦਾ ਫਾਇਦਾ ਕੀ ਹੁੰਦਾ, ਇੰਟਰਪ੍ਰੈਨਿਓਰ ਦੀ ਜਿਹੜੀਆਂ ਸਕਿੱਲਸ ਹੁੰਦੀਆਂ ਨੇ ਆਰਗੇਨਾਈਜੇਸ਼ਨ ਵਾਲੇ ਯੂਜ਼ ਕਰਦੇ ਨੇ, ਉਹਨਾਂ ਦਾ ਪ੍ਰੋਫਿਟ ਲੈਵਲ ਵੱਧ ਜਾਂਦਾ ਹੈਗਾ। देयर एक्सपर्टाइज एंड रिच एक्सपर्टाइज इन द ऑर्गेनाइजेशन इंटरप्रेन्योर्स, ਜਿਹੜੇ ਕਹਿੰਦਾ ਉਹਨਾਂ ਦੀ ਐਕਸਪਰਟ ਜਾਂ ਫਿਰ ਰਿਚ ਨੌਲੇਜ ਹੁੰਦੀ ਹੈ, ਉਹਦੇ ਨਾਲ ਕੀ ਇੰਟਰਪ੍ਰੈਨਿਓਰਸ਼ਿਪ ਕੰਪਨੀਆਂ ਨੂੰ ਕੀ ਫਾਇਦਾ ਹੁੰਦਾ ਹੈ ਕਿ ਉਹਨਾਂ ਦੇ ਰਿਜ਼ਲਟ ਜੋ ਹੈ ਰਿਚ ਦੇ ਬੇਸ 'ਤੇ ਆਉਂਦੇ ਨੇ, ਮੀਨਸ ਉਹਨਾਂ ਦੇ ਪ੍ਰੋਫਿਟ ਜ਼ਿਆਦਾ ਹੋ ਜਾਂਦੇ ਹੈਗੇ ਨੇ। ਮੈंने ਪਹਿਲਾਂ ਜਿਵੇਂ ਐਗਜ਼ਾਮਪਲ ਗਈ ਸੀ, ਬਹੁਤ ਸਾਰੀ ਕੰਪਨੀਆਂ ਇਦਾਂ ਦੀਆਂ ਹੈਗੀਆਂ ਨੇ, ਕੁਝ ਪਰਸਨਸ ਨੂੰ ਉਹ ਜਾਣ ਨਹੀਂ ਦਿੰਦੀਆਂ ਹੈਗੀਆਂ, ਆਲਵੇਸ ਉਹਨਾਂ ਨੂੰ ਕਹਿਣਗੇ ਨਹੀਂ ਤੁਸੀਂ ਜਾਣਾ ਨਹੀਂ ਹੈਗਾ, ਅਸੀਂ ਤੁਹਾਡਾ ਇੱਥੇ ਹੀ ਪ੍ਰਮੋਟ ਕਰਾਂਗੇ, ਮੀਨਸ ਤੁਹਾਨੂੰ ਇੰਕਰੀਮੈਂਟ ਦੇਵਾਂਗੇ। ਨੋਰਮਲ ਕਿਸੇ ਬੰਦੇ ਦੇ ਇੰਨਾ ਇੰਕਰੀਮੈਂਟ ਨਹੀਂ ਹੁੰਦਾ ਹੈਗਾ। ਉਹਨੂੰ ਜਿਹੜੇ ਪਰਸਨਸ ਇੰਟਰਪ੍ਰੈਨਿਓਰ ਜਿਨ੍ਹਾਂ ਕੋਲ ਪ੍ਰੋਪਰ ਸਕਿੱਲਸ ਜਾਂ ਮਾਰਕੀਟ ਨੌਲੇਜ ਜਾਂ ਕਿਤੇ ਉਹਨਾਂ ਦੀ ਗੁੱਡਵਿਲ ਬਣੀ ਹੋਈ ਹੈ, ਉਹ ਪਰਸਨਸ ਕਦੇ ਵੀ ਕੰਪਨੀ ਦੇ ਵਿੱਚੋਂ ਜਾਂਦੇ ਨਹੀਂ ਹੈਗੇ, ਕਿਉਂਕਿ ਪੂਰੀ ਦੀ ਪੂਰੀ ਕੰਪਨੀ ਉਹਨਾਂ ਦੇ ਬੇਸ ਤੇ ਵੀ ਕਈ ਵਾਰ ਚੱਲ ਰਹੀ ਹੁੰਦੀ ਹੈ। ਇੰਟਰਪ੍ਰੈਨਿਓਰ ਐਜ਼ ਡ੍ਰੀਮਰ ਐਂਡ ਚੇਂਜ ਏਜੰਟ। ਇੰਟਰਪ੍ਰੈਨਿਓਰ ਜਿਹੜੇ ਪਰਸਨਸ ਹੁੰਦੇ ਨੇ, ਡ੍ਰੀਮਰਸ ਹੁੰਦੇ ਨੇ ਜਾਂ ਅਸੀਂ ਕਹਿ ਸਕਦੇ ਚੇਂਜ ਏਜੰਟ। ਉਹ ਕਿੱਦਾਂ ਚੇਂਜ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਕੰਮ ਕਰਦੇ ਕਰਦੇ ਹੀ ਪ੍ਰੋਪਰ ਮਾਰਕੀਟ ਦੀ ਨੌਲੇਜ ਹੁੰਦੀ ਹੈ, ਕਸਟਮਰ ਬਾਰੇ ਪੂਰੀ ਦੀ ਪੂਰੀ ਇਨਫੋਰਮੇਸ਼ਨ ਲੈ ਕੇ ਚੱਲ ਰਹੇ ਹੁੰਦੇ ਨੇ ਉਹ, ਵੀ ਕਿਸ ਤਰ੍ਹਾਂ ਦੀ ਕੰਪਨੀ ਦੇ ਵਿੱਚ ਰਿਕੁਆਇਰਮੈਂਟ ਹੈਗੀ ਹੈ। ਉਹ ਕਦੀ ਵੀ ਕੁਝ ਕੰਪਨੀ ਨੂੰ ਚੇਂਜ ਕਰਾਉਣਾ ਨਾ ਆਪਣੀ ਸਕਿੱਲ ਦੇ ਅਕੋਰਡਿੰਗ ਚੇਂਜ ਕਰਵਾ ਦਿੰਦੇ ਨੇ, ਕਿਉਂਕਿ ਮੈਨੇਜਰਸ ਨੂੰ ਇੰਨਾ ਕੁਝ ਨਹੀਂ ਪਤਾ ਹੁੰਦਾ। ਮੈਨੇਜਰਸ ਨੂੰ ਇਹ ਪਤਾ ਹੁੰਦਾ ਵੀ ਕੰਪਨੀ ਦੇ ਵਿੱਚ ਅਸੀਂ ਮੈਨੇਜਮੈਂਟ ਕਿੱਦਾਂ ਕਰਨੀ ਹੈਗੀ, ਲੇਕਿਨ ਜਿਹੜੇ ਇੰਟਰਪ੍ਰੈਨਿਓਰ ਪਰਸਨਸ ਹੁੰਦੇ ਨੇ ਉਹ ਪ੍ਰੋਪਰ ਨੌਲੇਜ ਨਾਲ ਕੰਮ ਕਰਵਾਉਂਦੇ ਨੇ ਕੰਪਨੀ ਦੇ ਵਿੱਚ। ਉਸ ਤੋਂ ਬਾਅਦ ਹੈਗਾ ਸਿਮਿਲੈਰਿਟੀ ਐਂਡ ਡਿਫਰੈਂਸ ਬਿਟਵੀਨ ਇੰਟਰਪ੍ਰੈਨਿਓਰ ਐਂਡ ਇੰਟਰਪ੍ਰੈਨਿਓਰ। ਸਭ ਤੋਂ ਪਹਿਲਾਂ ਗੱਲ ਕਰੀਏ ਵੀ ਸਿਮਿਲੈਰਿਟੀ। ਇੰਟਰਪ੍ਰੈਨਿਓਰ ਔਰ ਇੰਟਰਪ੍ਰੈਨਿਓਰ ਦੋਨੋਂ ਹੀ ਜਿਹੜੇ ਪਰਸਨਸ ਹੁੰਦੇ ਨੇ ਆਪਣੀ ਸਕਿੱਲਸ ਦੇ ਅਕੋਰਡਿੰਗ ਹੀ ਬਿਜ਼ਨਸ ਕਰਦੇ ਨੇ। ਸਕਿੱਲ ਤਾਂ ਦੋਨੋਂ ਕੋਲ ਹੀ ਹੁੰਦੇ ਨੇ, ਬਸ ਜਿਹੜਾ ਡਿਫਰੈਂਸ ਕੀ ਹੈ, ਇੰਟਰਪ੍ਰੈਨਿਓਰ ਜੋ ਹੈ ਬਿਲਕੁਲ ਇੰਟਰਪ੍ਰੈਨਿਓਰ ਜੋ ਹੈ ਜਿਹੜਾ ਬਿਲਕੁਲ ਜ਼ੀਰੋ ਤੋਂ ਆਪਣਾ ਬਿਜ਼ਨਸ ਸਟਾਰਟ ਕਰਦਾ ਹੈ। ਇੰਟਰਪ੍ਰੈਨਿਓਰ ਕੀ ਹੈ, ਰਨਿੰਗ ਬਿਜ਼ਨਸ ਦੇ ਵਿੱਚ ਹੀ ਰਹਿ ਕੇ ਆਪਣਾ ਕੰਮ ਨੂੰ ਅੱਗੇ ਵਧਾਉਂਦੇ ਹੈਗੇ ਨੇ। ਕਿਸੇ ਕੰਪਨੀ 'ਚ ਲੱਗੇ ਹੋਏ ਨੇ ਤਾਂ ਉੱਥੋਂ ਹੋ ਸਕਦਾ ਹਟ ਕੇ ਵੀ ਨਵਾਂ ਬਿਜ਼ਨਸ ਸਟਾਰਟ ਕਰ ਲੈਣ, ਹੋ ਸਕਦਾ ਉਸੇ ਕੰਪਨੀ ਲਈ ਬੈਸਟ ਫਾਇਦੇਮੰਦ ਕੰਮ ਕਰਦੇ ਰਹਿਣ। ਇਹ ਇਹਨਾਂ ਦੇ ਵਿੱਚ ਦੋਨਾਂ ਦੇ ਡਿਫਰੈਂਸ ਹੈ। ਉਸ ਤੋਂ ਬਾਅਦ ਮੈਂ ਲਿਖਿਆ ਗਿਆ ਇਕਨੋਮਿਕ ਡਿਫਰੈਂਸ। ਇਕਨੋਮਿਕ ਮੀਨਸ ਪੈਸੇ ਦੇ ਬੇਸ ਤੇ ਡਿਫਰੈਂਸ ਕੀ ਹੈ। ਡਿਫਰੈਂਸ ਬਿਟਵੀਨ ਇੰਟਰਪ੍ਰੈਨਿਓਰ ਐਂਡ ਇੰਟਰਪ੍ਰੈਨਿਓਰ is starting a business while entrepreneur is developing a new product in already existing business। ਇਕਨੋਮਿਕ ਡਿਫਰੈਂਸ ਇਹਨਾਂ ਨੇ ਲਿਖਿਆ ਗਿਆ ਵੀ ਇੰਟਰਪ੍ਰੈਨਿਓਰ ਜਿਹੜਾ ਪਰਸਨ ਹੈ ਨਿਊ ਬਿਜ਼ਨਸ ਸਟਾਰਟ ਕਰਦਾ ਹੈਗਾ। ਇੰਟਰਪ੍ਰੈਨਿਓਰ ਕੀ ਹੈ, ਇੱਕ ਕੰਪਨੀ ਦੇ ਵਿੱਚ ਰਹਿ ਕੇ ਹੀ ਨਿਊ ਪ੍ਰੋਡਕਟ ਨੂੰ ਡਿਵੈਲਪ ਕਰਦਾ ਹੈਗਾ। ਕਿਸੇ ਕੰਪਨੀ 'ਚ ਕੰਮ ਕਰ ਰਿਹਾ ਹੈਗਾ, ਉਸੇ ਕੰਪਨੀ 'ਚ ਆਪਣਾ ਨਵਾਂ ਪ੍ਰੋਡਕਟ ਉਤਾਰ ਦੇਣਾ ਹੈਗਾ, ਉਹਨੂੰ ਅਸੀਂ ਇੰਟਰਪ੍ਰੈਨਿਓਰ ਕਹਿ ਸਕਦੇ ਹਾਂ। ਇਹ ਦੋਨਾਂ ਦੇ ਵਿੱਚ ਡਿਫਰੈਂਸ ਹੈਗਾ। ਇਹ ਸੀਗਾ ਤੁਹਾਡਾ ਟੌਪਿਕ ਇੰਟਰਪ੍ਰੈਨਿਓਰ ਵਰਸਸ ਇੰਟਰਪ੍ਰੈਨਿਓਰ। ਨੈਕਸਟ ਤੁਹਾਡੇ ਕੋਲ ਹੈਗਾ ਲੀਗਲ ਇਸ਼ੂ ਟੂ ਕੰਸੀਡਰ ਵੈਨ ਸਟਾਰਟਿੰਗ ਯੂਅਰ ਬਿਜ਼ਨਸ। ਟੌਪਿਕ ਵੀ ਇਹ ਹੈ ਲੀਗਲ ਇਸ਼ੂ ਫॉर ਇੰਟਰਪ੍ਰੈਨਿਓਰ। ਇੰਟਰਪ੍ਰੈਨਿਓਰ ਪਰਸਨ ਜਿਹੜੇ ਹੁੰਦੇ ਨੇ, ਜਦੋਂ ਉਹਨਾਂ ਨੇ ਕੋਈ ਬਿਜ਼ਨਸ ਸਟਾਰਟ ਕਰਨਾ ਹੁੰਦਾ ਹੈ, ਉਹਨਾਂ ਲਈ ਮੇਨ ਇਸ਼ੂ ਕਿਹੜੇ ਹੁੰਦੇ ਨੇ। ਸਭ ਤੋਂ ਪਹਿਲਾ ਇਸ਼ੂ ਹੈਗਾ ਬਿਜ਼ਨਸ ਨੇਮ। ਜਦੋਂ ਵੀ ਕੋਈ ਇੰਟਰਪ੍ਰੈਨਿਓਰ ਪਰਸਨ ਆਊਗਾ, ਉਹਨੂੰ ਕੀ ਸਭ ਤੋਂ ਪਹਿਲਾ ਇਸ਼ੂ ਹੁੰਦਾ ਕਿ ਆਪਣੇ ਬਿਜ਼ਨਸ ਦਾ ਕੀ ਨੇਮ ਰੱਖੇ, ਕਿਉਂਕਿ ਅਗਰ ਉਹ ਆਪਣੀ ਕੰਪਨੀ ਨੂੰ ਰਜਿਸਟ੍ਰੇਸ਼ਨ ਕਰਾਉਂਦਾ ਹੈ, ਰਜਿਸਟ੍ਰੇਸ਼ਨ ਕਰਾਉਣ ਲਈ ਗਵਰਨਮੈਂਟ ਨੇ, ਆਪਾਂ ਨੇ ਲਾਸਟ ਸਮੈਸਟਰ ਦੇ ਵਿੱਚ ਵੀ ਪੜ੍ਹਿਆ ਹੋਇਆ ਵੀ ਕਿਹੜੀ ਕੰਪਨੀ ਲਈ ਕਿੰਨੀ ਟਰਨਓਵਰ ਹੋਣੀ ਜ਼ਰੂਰੀ ਹੈ, ਮੀਨਸ ਕਿੰਨਾ ਫਾਈਨਾਂਸ ਹੋਣਾ ਜ਼ਰੂਰੀ ਹੈ। ਤਾਂ ਹਰੇਕ ਕੋਈ ਇੰਟਰਪ੍ਰੈਨਿਓਰ ਜਦੋਂ ਵੀ ਆਊਗਾ, ਕੋਈ ਆਲਰੇਡੀ ਸੋਚ ਕੇ ਨਹੀਂ ਆਉਂਦਾ ਹੈਗਾ ਮੈਂ ਇਹ ਨਾਮ ਰੱਖੂੰਗਾ ਤੁਦਾਂ ਹੀ ਚੱਲ ਜਾਣਾ ਹੈਗਾ। ਉਹਨੂੰ ਆਪਣਾ ਬਿਜ਼ਨਸ ਸਟਾਰਟ ਕਰਨ ਲਈ ਕੋਈ ਨਾ ਕੋਈ ਐਪਰੋਪ੍ਰੀਏਟ ਨਾਮ ਰੱਖਣਾ ਪੈਂਦਾ ਪ੍ਰੋਪਰ, ਜਿਸ ਦੇ ਨਾਲ ਕਿ ਸਾਰੇ ਲੋਕ ਉਹਨੂੰ ਪਛਾਣ। ਕਿਸੇ ਕੰਪਨੀ ਦਾ ਨੇਮ ਵੀ ਕਾਪੀ ਨਹੀਂ ਕੀਤਾ ਜਾ ਸਕਦਾ ਹੈਗਾ। ਉਹ ਬੋਲੇ ਵੀ ਕੋਈ ਕੰਪਨੀ ਪਹਿਲਾਂ ਤੋਂ ਇਸੇ ਨਾਮ ਦੀ ਹੈ ਕਿ ਮੈਂ ਉਹਨੂੰ ਕਾਪੀ ਕਰਕੇ ਰੱਖ ਲੂੰਗਾ, ਇਦਾਂ ਦਾ ਨਹੀਂ ਹੈ। ਸੈਕਿੰਡ, ਬਿਜ਼ਨਸ ਸਟਰਕਚਰਸ।
दूसरा इंटरप्रेन्योर पर्सन लिए ये जरूरी होता है कि वो बिजनेस किस तरह का करूँगा, प्रोप्राइटरशिप करे, पार्टनरशिप करे, या फिर कॉरपोरेशन करे, एस कॉरपोरेशन करे, सी कॉरपोरेशन करे, या फिर कंपनी लेवल ਤੇ ਕੰਮ करे। क्योंकि जिस तरह का बिजनेस वो स्टार्ट करूगा उस प्रकार का फाइनेंस प्लस उस प्रकार का अगों उन्होंने जो भी बिजनेस की फैसिलिटी रिसोर्सिस ने वो चीज़ों की लोड़ पैंदी हैगी। थर्ड हैगा बिजनेस लाइसेंस। ਜਦੋਂ ਵੀ ਕੋਈ ਇੰਟਰਪ੍ਰੀਨਰ ਪਰਸਨ ਆਊਗਾ ਬਿਜ਼ਨਸ ਸੈਟਅਪ ਕਰਨ ਲਈ ਉਹਨੂੰ ਬਿਜ਼ਨਸ ਲਾਇਸੈਂਸ ਦੀ ਜ਼ਰੂਰ ਪੈਣੀ ਹੈਗੀ। ਪਹਿਲਾਂ ਤਾਂ ਬਹੁਤ ਜ਼ਿਆਦਾ ਲੈਂਥੀ ਪ੍ਰੋਸੀਜਰ ਹੁੰਦੇ ਸੀ ਗਵਰਨਮੈਂਟ ਦੇ, ਮੀਨਸ ਤੁਸੀਂ ਫਾਰਮ ਫਿਲ ਕਰੋ, ਫਿਰ ਤੁਸੀਂ ਫਾਰਮ ਕਰਨ ਤੋਂ ਬਾਅਦ ਤੁਹਾਨੂੰ ਇੰਨੇ ਟਾਈਮ ਬਾਅਦ ਲਾਇਸੈਂਸ ਮਿਲੂਗਾ, ਉਹ ਵੀ ਪਹਿਲਾਂ ਚੈਕਿੰਗ ਹੋਏਗੀ ਲਾਇਸੈਂਸ ਮਿਲ ਸਕਦਾ ਕਿ ਨਹੀਂ ਮਿਲ ਸਕਦਾ। ਹੁਣ ਤਾਂ ਕਾਫੀ ਫੈਸਿਲਿਟੀਜ਼ ਹੋ ਗਈਆਂ ਵੀ ਤੁਸੀਂ ਆਨਲਾਈਨ ਹੀ ਸਾਰਾ ਕੁਝ ਕਰ ਸਕਦੇ ਹੋ, ਲੇਕਿਨ ਪਹਿਲਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਸੀਗੀਆਂ। ਨॉन डिस्कलोजर एग्रीमेंट। कंपनी जो भी कोई मीनस कोई इंटरप्रेन्योर बिजनेस अपना स्टार्ट करूगा तो ਉਹਦੇ एक नॉन डिस्कलोजर एग्रीमेंट, मान लो ने किसी पार्टनर ਨਾਲ बिजनेस स्टार्ट ਕੀਤਾ ਹੈ ਜਾਂ ਫਿਰ ਕੋਈ ਸ਼ੇਅਰ ਹੋਲਡਰਸ ਨੇ ਉਹਦੇ ਬਿਜ਼ਨਸ ਦੇ ਵਿੱਚ, ਤਾਂ ਹਮੇਸ਼ਾ ਇਸ ਚੀਜ਼ ਨੂੰ ਚੈੱਕ ਕਰਨਗੇ ਵੀ ਐਗਰੀਮੈਂਟ ਜਿਹੜਾ ਅਸੀਂ ਕਿਸੇ ਨੂੰ ਦਿਖਾਣਾ ਨਹੀਂ ਹੈਗਾ ਉਹਦੇ ਵਿੱਚ ਕੀ ਕੀ ਗੱਲਾਂ ਹੈਗੀਆਂ ਨੇ। ਕਿਉਂਕਿ ਦੋ ਤਿੰਨ ਬੰਦੇ ਨੇ ਮੰਨ ਲਓ ਮਿਲ ਕੇ ਐਗਰੀਮੈਂਟ ਕਰਿਆ ਹੈਗਾ, ਉਹਦਾ ਉਹਨਾਂ ਦੇ ਆਪਸ ਦੇ ਵਿੱਚ ਲੈ ਕੇ ਨਾ ਹੱਕ ਹੋਰ ਕਿਸੇ ਪਰਸਨ ਨੂੰ ਨਹੀਂ ਹੁੰਦਾ ਹੈਗਾ, ਹੋ ਸਕਦਾ ਉਹਦੇ ਵਿੱਚ ਕੰਮ ਕਰਨ ਵਿੱਚ ਕੋਈ ਗੜਬੜ ਵੀ ਆ ਜਾਵੇ, ਤਾਂ ਇਹ ਚੀਜ਼ ਹਮੇਸ਼ਾ ਬਿਜ਼ਨਸ ਨੂੰ ਅਫੈਕਟ ਕਰਦੀ ਹੈ। ਫਿਫਥ ਹੈਗੀ ਹੈ ਜ਼ੋਨਿੰਗ। ਜ਼ੋਨਿੰਗ ਦਾ ਮਤਲਬ ਹੋ ਗਿਆ ਵੀ ਜਿਹੜਾ ਉਹਨਾਂ ਨੇ ਬਿਜ਼ਨਸ ਸਟਾਰਟ ਕਰਨਾ ਕਿਸ ਏਰੀਆ ਦੇ ਵਿੱਚ ਕਰਨਾ, ਕਿਉਂਕਿ ਏਰੀਆ ਹਮੇਸ਼ਾ ਅਫੈਕਟ ਕਰਦਾ ਹੈਗਾ ਬਿਜ਼ਨਸ ਨੂੰ। ਬਿਜ਼ਨਸ ਆਲਵੇਸ ਉੱਥੇ ਸਟਾਰਟ ਹੁੰਦਾ ਹੈ ਜਿੱਥੇ ਰॉ ਮਟੀਰੀਅਲ ਈਜ਼ੀਲੀ ਬੇਸ ਨਾਲ ਅਵੇਲੇਬਲ ਹੋਵੇ, ਪ੍ਰੋਪਰ ਇਨਫਰਾਸਟ੍ਰਕਚਰ ਫੈਸਿਲਿਟੀਜ਼ ਹੋਵੇ, ਟਾਈਮ ਤੇ ਲੇਬਰਸ ਵਗੈਰਾ ਮਿਲ ਜਾਵੇ, ਜਿੱਥੇ ਪ੍ਰੋਪਰ ਸਪਲਾਇਰਸ ਹੋਣ, ਜਿੱਥੇ ਪ੍ਰੋਪਰ ਮਾਰਕੀਟ ਬਣੀ ਹੋਵੇ ਜਿੱਥੇ ਆਪਣਾ ਸਮਾਨ ਸੇਲ ਵੀ ਕਰ ਸਕਦੇ ਨੇ। ਕਿਉਂਕਿ ਅਗਰ ਪ੍ਰੋਪਰ ਚੀਜ਼ਾਂ ਸਿਲੈਕਟ ਨਹੀਂ ਕੀਤੀਆਂ ਜਾਂਦੀਆਂ ਤਾਂ ਕੋਈ ਵੀ ਬਿਜ਼ਨਸ ਈਜ਼ੀਲੀ ਬੇਸ ਨਾਲ ਸਟਾਰਟ ਨਹੀਂ ਹੋ ਸਕਦਾ। ਹਰ ਇੱਕ ਪਰਸਨ ਜਿਹਨੇ ਇੰਟਰਪ੍ਰੀਨਰ ਬਣ ਕੇ ਬਿਜ਼ਨਸ ਸਟਾਰਟ ਕਰਨਾ ਹੈ ਤਾਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਹੈਗੀਆਂ ਨੇ, ਉਸ ਬੇਸ ਤੇ ਹੀ ਬਿਜ਼ਨਸ ਸਟਾਰਟ ਹੋਊਗਾ। ਇੱਕ ਪੁਆਇੰਟ ਇਹਦੇ 'ਚ ਅਸੀਂ ਲਿਖ ਸਕਦੇ ਹਾਂ ਫਾਈਨਾਂਸ। ਫਾਈਨਾਂਸ ਵੀ ਆਲਵੇਸ ਇੰਟਰਪ੍ਰੀਨਰ ਪਰਸਨ ਨੂੰ ਦੇਖਣਾ ਪੈਂਦਾ ਹੈਗਾ, ਕਿਉਂਕਿ ਜਿਸ ਪ੍ਰਕਾਰ ਦਾ ਬਿਜ਼ਨਸ ਉਹ ਸਟਾਰਟ ਕਰੂਗਾ ਉਸ ਪ੍ਰਕਾਰ ਦਾ ਉਹਨੂੰ ਫਾਈਨਾਂਸ ਚਾਹੀਦਾ ਹੈਗਾ। ਪ੍ਰੋਪਰਾਈਟਰਸ਼ਿਪ ਦੇ ਬਿਜ਼ਨਸ ਦੇ ਵਿੱਚ ਪਤਾ ਹੀ ਹੁੰਦਾ ਵੀ ਸਿੰਪਲ ਬੰਦਾ ਇੱਕ ਹੀ ਓਨਰ ਹੁੰਦਾ, ਜਿੰਨਾ ਪੈਸਾ ਲਗਾਣਾ ਉਹ ਲਗਾ ਕੇ ਆਪਣਾ ਬਿਜ਼ਨਸ ਸਟਾਰਟ ਕਰ ਸਕਦਾ ਹੈ। ਲੇਕਿਨ ਕੁਝ ਬੜਾ ਸੋਚ ਕੇ ਆਏ ਹੋਏ ਆ ਤਾਂ ਸਾਨੂੰ ਫਾਈਨਾਂਸ ਵੀ ਜ਼ਿਆਦਾ ਚਾਹੀਦਾ ਹੈ, ਫਿਰ ਸਾਨੂੰ ਉਸ ਹਿਸਾਬ ਨਾਲ ਦੇਖਣਾ ਪੈਂਦਾ ਕਿ ਅਸੀਂ ਕਿਸ ਪ੍ਰਕਾਰ ਦਾ ਬਿਜ਼ਨਸ, ਜਾਂ ਫਿਰ ਸਾਡੇ ਕੋਲ ਉਨੀ ਕੈਪੇਬਿਲਿਟੀ ਹੋਵੇ ਕਿ ਅਸੀਂ ਬਿਜ਼ਨਸ ਸਟਾਰਟ ਕਰਨ ਲੱਗੇ ਹਾਂ ਅਸੀਂ ਜਿੰਨਾ ਮਰਜ਼ੀ ਪੈਸਾ ਲਗਾ ਸਕਦੇ ਹੈਗੇ। ਕਿਉਂਕਿ ਮੋਸਟਲੀ ਇੰਟਰਪ੍ਰੀਨਰ ਜਿਹੜੇ ਪਰਸਨ ਨੇ ਇਸੇ ਕਰਕੇ ਫੇਲ ਹੋ ਜਾਂਦੇ ਨੇ ਡਿਊ ਟੂ ਦੀ ਫਾਈਨਾਂਸ। ਫਾਈਨਾਂਸ ਕਾਫੀ ਲੋਕਾਂ ਕੋਲ ਨਹੀਂ ਹੁੰਦਾ, ਸਕਿੱਲਸ ਕਾਫੀ ਹੁੰਦੇ ਨੇ, ਸਕਿੱਲਸ ਆਪਣੀ ਅੱਗੇ ਨਹੀਂ ਲਿਆ ਸਕਦੇ ਪੈਸੇ ਦੀ ਕਮੀ ਕਰਕੇ। ਇਹ ਸੀਗੇ ਤੁਹਾਡੇ ਲੀਗਲ ਇਸ਼ੂ ਫॉर ਦੀ ਇੰਟਰਪ੍ਰੀਨਰ। ਦੇਖੋ ਨੈਕਸਟ ਸਾਡੇ ਕੋਲ ਹੈਗਾ ਵੂਮਨ ਇੰਟਰਪ੍ਰੀਨਰਸ਼ਿਪ। ਪਹਿਲਾਂ ਅਸੀਂ ਗੱਲ ਕਰ ਰਹੇ ਸੀ ਇੰਟਰਪ੍ਰੀਨਰਸ ਪਰਸਨਸ ਤੇ, ਹੁਣ ਆ ਗਏ ਵੂਮਨ ਇੰਟਰਪ੍ਰੀਨਰ। ਕੀ ਹੋਣਗੇ? ਜਿਹੜੀਆਂ ਵੂਮਨਸ ਆਪਣੀ ਸਕਿੱਲ ਦੇ ਨਾਲ ਬਿਜ਼ਨਸ ਸਟਾਰਟ ਕਰਦੀਆਂ ਹੈਗੀਆਂ, ਅਸੀਂ ਉਹਨਾਂ ਨੂੰ ਵੂਮਨ ਇੰਟਰਪ੍ਰੀਨਰਸ਼ਿਪ ਕਹਿ ਸਕਦੇ ਹਾਂ। ਇੰਡੀਆ ਦੇ ਵਿੱਚ ਕੁਝ ਸਮ ਇੰਟਰਸਟਿੰਗ ਫੈਕਟ ਹੈਗੇ ਨੇ ਵੂਮਨ ਇੰਟਰਪ੍ਰੀਨਰ ਲਈ। ਇੰਡੀਆ ਦੇ ਵਿੱਚ ਹੈਜ਼ ਲਾਰਜ ਨੰਬਰ ਆਫ ਪ੍ਰੋਫੈਸ਼ਨਲੀ ਕੁਆਲੀਫਾਈਡ ਵੂਮਨਸ। ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਲੇਡੀਜ਼ ਇਦਾਂ ਦੀਆਂ ਹੈਗੀਆਂ ਜਿਹੜੀਆਂ ਕੁਆਲੀਫਾਈਡ ਹੈਗੀਆਂ ਨੇ ਇੰਡੀਆ ਕੰਟਰੀ ਦੇ ਵਿੱਚ। ਸੈਕਿੰਡ ਉਹ ਲਿਖਿਆ ਇੰਡੀਆ ਹੈਜ਼ ਮੋਰ ਫੀਮੇਲ ਡਾਕਟਰਸ, ਸਰਜਨਸ, ਸਾਇੰਟਿਸਟ ਪ੍ਰੋਫੈਸ਼ਨਸ ਦੈਨ ਦੀ ਯੂਨਾਈਟਿਡ ਸਟੇਟ। ਯੂਨਾਈਟਿਡ ਸਟੇਟ ਅਮਰੀਕਾ ਨਾਲੋਂ ਵੀ ਜ਼ਿਆਦਾ ਇੰਡੀਆ ਦੇ ਵਿੱਚ ਡਾਕਟਰਸ ਵੀ ਨੇ, ਸਰਜਨਸ ਵੀ ਨੇ, ਪਲੱਸ ਸਾਇੰਟਿਸਟ ਵੀ ਨੇ, ਔਰ ਕੋਈ ਪ੍ਰੋਫੈਸ਼ਨ ਮੀਨਸ ਆਪਣੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਜਿਨ੍ਹਾਂ ਨੇ ਆਪਣਾ ਬਿਜ਼ਨਸ ਸਟਾਰਟ ਕੀਤਾ ਹੋਇਆ। ਬਹੁਤ ਸਾਰੀਆਂ ਲੇਡੀਜ਼ ਇਦਾਂ ਦੀਆਂ ਹੈਗੀਆਂ ਜਿਹੜੀਆਂ ਮੀਨਸ ਜਦ ਕਿ ਯੂਨਾਈਟਿਡ ਸਟੇਟ ਆਫ ਅਮਰੀਕਾ ਸਭ ਨਾਲੋਂ ਜ਼ਿਆਦਾ ਨੰਬਰ 1 ਡਿਵੈਲਪ ਕੰਟਰੀ ਹੈਗੀ ਹੈ, ਲੇਕਿਨ ਅਸੀਂ ਉਹਨਾਂ ਤੋਂ ਵੀ ਅੱਗੇ ਹੈਗੇ ਹਾਂ। ਉਸ ਤੋਂ ਬਾਅਦ ਲਿਖਿਆ ਇੰਡੀਆ ਹੈਜ਼ ਮੋਰ ਨੌਨ ਵਰਕਿੰਗ ਵੂਮਨ ਦੇ ਆਰ ਦੀ ਅਦਰ ਕੰਟਰੀ ਇਨ ਦੀ ਵਰਲਡ। ਇੰਡੀਆ ਕੋਲ ਤਾਂ ਬਹੁਤ ਜ਼ਿਆਦਾ ਲੇਡੀਜ਼ ਹੈਗੀਆਂ ਜਿਹੜੀਆਂ ਕਿ ਹੋਰ ਕੰਟਰੀਜ਼ ਤੋਂ ਇਲਾਵਾ, ਸਿਰਫ ਯੂਨਾਈਟਿਡ ਅਮਰੀਕਾ ਨਾ ਦੇਖੋ, ਹੋਰ ਕੰਟਰੀ ਨਾਲੋਂ ਵੀ ਅਸੀਂ ਬਹੁਤ ਅੱਗੇ ਹੈਗੇ ਹਾਂ ਜਿੱਥੇ ਕਿ ਵੂਮਨਸ ਕੰਮ ਕਰਦੀਆਂ ਹੈਗੀਆਂ ਨੇ। This include female works in all level of skills from the surgeon and the airline pilots so as the conductors, manual laborers। ਸਾਡੇ ਕੋਲ ਕਹਿੰਦਾ ਸਰਜਨਸ ਵੀ ਹੈਗੇ ਨੇ, 에ਅਰਲਾਈਨ ਦੇ ਪਾਇਲਟਸ ਵੀ ਬਣੀਆਂ ਹੋਈਆਂ ਲੇਡੀਜ਼, ਮੀਨਸ ਪਾਇਲਟਸ ਦਾ ਕੰਮ ਵੀ ਕਰ ਰਹੀਆਂ ਹੈਗੇ ਨੇ। ਹੋਰ ਤਾਂ ਹੋਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਬੱਸ ਕੰਡਕਟਰ ਦਾ ਕੰਮ ਵੀ ਕਰ ਰਹੀਆਂ ਹੈਗੇ ਨੇ। ਉਸ ਤੋਂ ਇਲਾਵਾ ਲੇਬਰ ਦਾ ਕੰਮ ਕਰਨਾ ਹੋਵੇ, ਲੇਬਰ ਦਾ ਕੰਮ ਤੱਕ ਵੀ ਸਾਡੇ ਕੋਲ ਲੇਡੀਜ਼ ਕਰਨ ਵਾਲੀਆਂ ਇੰਡੀਆ ਦੇ ਵਿੱਚ ਹੈਗੀਆਂ ਨੇ। ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਮੀਨਸ ਸਾਡੇ ਕੋਲ ਅਸੀਂ ਐਗਜ਼ਾਮਪਲਸ ਲੈ ਸਕਦੇ ਹੈਗੇ ਹਾਂ ਵੂਮਨ ਇੰਟਰਪ੍ਰੀਨਰ। ਤੁਹਾਨੂੰ ਜਿਵੇਂ ਕੁਐਸਚਨ ਪੇਪਰ ਦੇ ਵਿੱਚ ਆਣਾ ਹੈਗਾ ਉਹਦੇ 'ਚ ਇਹ ਕੁਐਸਚਨ ਵੀ ਆ ਸਕਦਾ ਹੈਗਾ ਟੌਪ 10 ਵੂਮਨ ਇੰਟਰਪ੍ਰੀਨਰਸ਼ਿਪ ਇਨ ਇੰਡੀਆ, ਵੂਮਨ ਇੰਟਰਪ੍ਰੀਨਰ ਇਨ ਇੰਡੀਆ। ਤੁਹਾਨੂੰ ਟੌਪ 10 ਮਤਲਬ ਜੋ ਵੂਮਨਸ ਹੋਣਗੀਆਂ ਉਹਨਾਂ ਦਾ ਨਾਮ ਲਿਖਣਾ ਪੈਣਾ ਹੈਗਾ। ਬਹੁਤ ਸਾਰੀਆਂ ਲੇਡੀਜ਼ ਜਿਨ੍ਹਾਂ ਦੇ ਬਾਰੇ ਤੁਸੀਂ ਲਿਖੋਗੇ ਕਿਹਨੇ ਕਿਹਨੇ ਆਪਣਾ ਬਿਜ਼ਨਸ ਸਟਾਰਟ ਕੀਤਾ ਉਹਨਾਂ ਦਾ ਨਾਮ ਤੁਸੀਂ ਲਿਖ ਸਕਦੇ ਹੋ। ਵੂਮਨ ਜਿਹੜੇ ਸਭ ਤੋਂ ਪਹਿਲਾਂ ਆ ਰਿਹਾ ਵਰਕਿੰਗ ਇਨਵਾਇਰਨਮੈਂਟ। ਵੂਮਨ ਇੰਟਰਪ੍ਰੀਨਰ ਦੇ ਜਿਹੜੇ ਮਤਲਬ ਵੂਮਨਸ ਕੰਮ ਕਰਨਗੀਆਂ ਉਹਨਾਂ ਲਈ ਕਿੱਦਾਂ ਦੇ ਇਨਵਾਇਰਨਮੈਂਟ ਹੁੰਦੇ ਨੇ। 3 ਪ੍ਰਕਾਰ ਦੇ ਇਨਵਾਇਰਨਮੈਂਟ ਇਹਨਾਂ ਨੇ ਡਿਫਾਈਨ ਕੀਤੇ ਹੈਗੇ ਨੇ ਤੁਹਾਡੇ। ਸਭ ਤੋਂ ਪਹਿਲਾ ਇਨਵਾਇਰਨਮੈਂਟ ਹੈਗਾ ਮਾਈਕਰੋਸਫੀਅਰ। ਮਾਈਕਰੋਸਫੀਅਰ ਦਾ ਮਤਲਬ ਕੀ ਹੁੰਦਾ ਹੈ? ਜਦੋਂ ਇੱਕ ਇਨ ਮੈਨੀ ਕੰਟਰੀਜ਼ ਵੂਮਨ ਇਹਨਾਂ ਲਿਖਿਆ ਐਕਸਪੀਰੀਅੰਸ ਐਂਡ ਅਨਇਕੁਅਲ ਪਾਵਰ ਰਿਲੇਸ਼ਨਸ਼ਿਪ ਵਿਦ ਮੈਨ ਵਿਚ ਆਰ ਓਫਨ
ਬਹੁਤ ਸਾਰੀ ਕੰਟਰੀਜ਼ ਕਹਿੰਦਾ ਇਦਾਂ ਦੀ ਹੈਗੀਆਂ ਨੇ ਜਿੱਥੇ ਕਹਿੰਦਾ ਵੂਮਨਸ ਔਰ ਮਤਲਬ ਪਰਸਨ ਜੋ ਜੈਂਟਸ ਨੇ ਦੋਨਾਂ ਨੂੰ ਇਕੁਅਲ ਜਿਹੀ ਸਮਝ ਕੇ ਬਿਜ਼ਨਸ ਕੰਮ ਕਰ ਲੈਂਦੇ ਹੈਗੇ ਨੇ। ਲੇਕਿਨ ਇੰਡੀਆ ਦੇ ਵਿੱਚ ਕਹਿੰਦਾ ਬਹੁਤ ਸਾਰੀ ਜਗ੍ਹਾ ਇਦਾਂ ਦੀਆਂ ਵੀ ਹੈਗੀਆਂ ਨੇ ਜਿੱਥੇ ਮਾਈਕਰੋਸਫੀਅਰ ਹੈਗਾ, ਮੀਨਸ ਉਹ ਛੋਟੇ ਜਿਹੇ ਏਰੀਆ ਦੇ ਵਿੱਚ ਹੀ ਸਿਰਫ ਰਹਿਣਾ ਪੈਂਦਾ ਹੈਗਾ ਲੇਡੀ ਨੂੰ, ਉਹਨਾਂ ਨੂੰ ਕੰਮ ਕਰਨਾ ਨਹੀਂ ਪੈਂਦਾ। ਲੇਕਿਨ ਫਿਰ ਵੀ ਕਾਫੀ ਏਰੀਆ ਦੇ ਵਿੱਚ ਇਦਾਂ ਦੇ ਮੀਨਸ ਲੇਡੀਜ਼ ਹੈਗੀਆਂ ਛੋਟੇ ਏਰੀਆ ਦੇ ਵਿੱਚ ਜਿਹੜੀ ਘਰਾਂ ਦੇ ਵਿੱਚ ਰਹਿ ਕੇ ਹੀ ਕੰਮ ਕਰਦੀਆਂ ਹੈਗੀਆਂ ਨੇ। ਜਿਵੇਂ ਅਸੀਂ ਕਹੀਏ ਵੀ ਕਢਾਈ ਕਢਾਈ ਦਾ ਹੋ ਗਿਆ ਜਾਂ ਕੁਝ ਵੀ ਹੋ ਗਈ, ਬਹੁਤ ਸਾਰੇ ਲੇਡੀਜ਼ ਹੈਗੇ ਨੇ ਜਿਨ੍ਹਾਂ ਨੇ ਆਪਣਾ ਹੀ ਬਿਜ਼ਨਸ ਘਰ ਦੇ ਵਿੱਚ ਰਹਿ ਕੇ ਜਾਂ ਛੋਟੇ ਏਰੀਆ ਦੇ ਵਿੱਚ ਰਹਿ ਕੇ ਹੀ ਸੈਟਅਪ ਕਰੇ ਹੋਏ ਨੇ। ਉਸ ਤੋਂ ਬਾਅਦ ਹੈਗਾ ਮੈਸੋਸਫੀਅਰ। ਮੈਸੋਸਫੀਅਰ ਦਾ ਮਤਲਬ ਕਿਉਂਕਿ ਜਿੱਥੇ ਲਾਰਜ ਨੰਬਰ ਆਫ ਆਰਗੇਨਾਈਜੇਸ਼ਨਸ ਹੁੰਦੀਆਂ ਨੇ, ਬਹੁਤ ਸਾਰੀਆਂ ਸਾਡੇ ਕੋਲ ਇਦਾਂ ਦੀਆਂ ਜਗ੍ਹਾ ਹੈਗੀਆਂ ਨੇ ਜਿੱਥੇ ਬਹੁਤ ਜ਼ਿਆਦਾ ਕੰਪਨੀ ਹੈਗੀਆਂ ਨੇ, ਉੱਥੇ ਸਾਡੀਆਂ ਵੂਮਨਸ ਜੋ ਹੈ ਈਜ਼ੀਲੀ ਬਿਜ਼ਨਸ ਕੰਮ ਕਰ ਰਹੀਆਂ ਹੈਗੀਆਂ ਨੇ। ਗਵਰਨਮੈਂਟ ਨੇ ਇਦਾਂ ਦਾ ਵਾਤਾਵਰਨ ਵੀ ਸੈਟਅਪ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਲਈ ਪ੍ਰੋਪਰ ਫੈਸਿਲਿਟੀਜ਼ ਵਗੈਰਾ ਪ੍ਰੋਵਾਈਡ ਕੀਤੀਆਂ ਹੋਈਆਂ ਨੇ। ਜਿਵੇਂ ਐਗਜ਼ਾਮਪਲ ਕਿ ਦਿਨ ਦੇ ਟਾਈਮ ਦੀ ਡਿਊਟੀਜ਼ ਹੀ ਰੱਖੀਆਂ ਹੋਈਆਂ ਨੇ ਜਿਹੜੇ ਏਰੀਆ ਦੇ ਵਿੱਚ ਜੋ ਕਾਫੀ ਜ਼ਿਆਦਾ ਡਿਵੋਲਵਡ ਏਰੀਆ ਨੇ, ਉੱਥੇ ਤਾਂ ਡੇ ਨਾਈਟ ਸ਼ਿਫਟਾਂ ਵੀ ਚੱਲਦੀਆਂ ਹੈਗੀਆਂ। ਜਿਵੇਂ ਕਿ ਆਪਾਂ ਕਹੀਏ ਵੀ ਡਾਕਟਰਸ ਹੋ ਗਏ ਤਾਂ ਉਹ ਆਪਣੇ ਹਸਪੀਟਲ ਦੇ ਵਿੱਚ ਜਿਵੇਂ ਡੇ ਨਾਈਟ ਸ਼ਿਫਟ ਵਗੈਰਾ ਵੀ ਉਹਨਾਂ ਨੇ ਕਰਦੇ ਹੁੰਦੇ, ਤਾਂ ਮੀਨਸ ਇਦਾਂ ਦਾ ਇਨਵਾਇਰਨਮੈਂਟ ਵੀ ਸਾਡੇ ਕੋਲ ਹੈ। ਉਸ ਤੋਂ ਬਾਅਦ ਹੈਗਾ ਮੈਕਰੋਸਫੀਅਰ। ਮੈਕਰੋਸਫੀਅਰ ਇਨਵਾਇਰਨਮੈਂਟ ਹੁੰਦਾ ਜਿੱਥੇ ਗਵਰਨਮੈਂਟ ਖੁਦ ਜਾਂ ਫਿਰ ਕੁਝ ਵੂਮਨਸ ਆਪਣੇ ਇੰਟਰਪ੍ਰੈਨਿਓਰਸ਼ਿਪ ਸਕਿੱਲ ਨੂੰ ਅੱਗੇ ਲੈ ਕੇ ਆਉਂਦੀਆਂ ਹੈਗੀਆਂ ਨੇ। ਮੀਨਸ ਬਿਨਾਂ ਕਿਸੇ ਡਰ ਤੋਂ ਜੋ ਮਰਜ਼ੀ ਕੰਮ ਕਰਨਾ ਚਾਹੇ, ਆਪਣੇ ਇੱਕ ਏਰੀਆ ਨੂੰ ਛੱਡ ਕੇ ਦੂਸਰੀ ਜਗ੍ਹਾ ਜਾ ਕੇ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਉਹ ਕਰ ਸਕਦੇ ਹਾਂ। ਤਾਂ ਇੱਦਾਂ ਦੀਆਂ ਬਹੁਤ ਸਾਰੀ ਲੇਡੀਜ਼ ਹੈਗੀਆਂ ਨੇ ਵੀ ਆਪਣਾ ਏਰੀਆ ਛੱਡ ਕੇ ਦੂਸਰੇ ਏਰੀਆ ਦੇ ਵਿੱਚ ਵੀ ਕੰਮ ਕਰ ਰਹੀਆਂ ਹੈਗੀਆਂ। ਉਹਨਾਂ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਬੰਦਿਸ਼ ਨਹੀਂ ਹੈਗੀ ਕਿਉਂਕਿ ਫੈਸਿਲਿਟੀਜ਼ ਗਵਰਨਮੈਂਟ ਨੇ ਇਸ ਪ੍ਰਕਾਰ ਦੀਆਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਹੋਈਆਂ ਨੇ। ਫਿਰ ਹੈ ਚੈਲੰਜਸ ਇਨ ਦੀ ਪਾਥ ਆਫ ਵੂਮਨ ਇੰਟਰਪ੍ਰੈਨਿਓਰ। ਜਿਹੜੀਆਂ ਵੂਮਨ ਇੰਟਰਪ੍ਰੈਨਿਓਰ ਨੇ ਉਹਨਾਂ ਦੇ ਰਸਤੇ ਦੇ ਵਿੱਚ ਕਿਹੜੇ ਚੈਲੰਜ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਰੁਕਾਵਟਾਂ ਹੈਗੀਆਂ ਨੇ ਜਿਸ ਬੇਸ ਤੇ ਕਈ ਵਾਰ ਫੇਲ ਵੀ ਹੋ ਜਾਂਦੀਆਂ ਵੂਮਨ। ਸਭ ਤੋਂ ਪਹਿਲਾਂ ਲੈਕ ਆਫ ਕੌਨਫੀਡੈਂਸ। ਵੂਮਨ ਦੇ ਵਿੱਚ ਥੋੜਾ ਜਿਹਾ ਲੈਕ ਆਫ ਕੌਨਫੀਡੈਂਸ ਕਹਿੰਦਾ ਘੱਟ ਹੁੰਦਾ। ਇਸ ਬੇਸ ਤੇ ਵੀ ਘੱਟ ਹੋਣ ਦਾ ਕਾਰਨ ਇਹ ਹੈਗਾ ਕਿਉਂਕਿ ਉਹਨਾਂ ਨੂੰ ਟੌਪ ਦੀ ਸਪੋਰਟ ਨਹੀਂ ਮਿਲਦੀ ਹੈਗੀ। ਜਿਵੇਂ ਕਿ ਅਸੀਂ ਕਹੀਏ ਉਹਨਾਂ ਦੀ ਕਈ ਵਾਰ ਫੈਮਿਲੀ ਹੀ ਸਪੋਰਟ ਨਹੀਂ ਕਰਦੀ ਹੈਗੀ, ਨਹੀਂ ਤੁਸੀਂ ਕੰਮ ਨਹੀਂ ਕਰਨਾ ਹੈਗਾ, ਸਿਰਫ ਤੁਸੀਂ ਘਰੇ ਰਹਿਣਾ ਹੈਗਾ। ਜਾਂ ਫਿਰ ਕਈ ਵਾਰ ਮੈਰਿਡ ਪਰਸਨਸ ਹੋ ਗਿਆ ਵੀ ਉਹ ਲੱਗ ਸਮਝਦੇ ਨੇ ਵੀ ਕੈਪੇਬਿਲਿਟੀ ਨਹੀਂ ਹੈਗੀ, ਨਹੀਂ ਤੁਸੀਂ ਬਿਜ਼ਨਸ ਨਹੀਂ ਕਰ ਸਕਦੇ ਹੈਗੇ। ਕਾਫੀ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਫੈਮਿਲੀ ਬੇਸ ਤੇ, ਇਸ ਬੇਸ ਤੇ ਉਹਨਾਂ ਦਾ ਕੌਨਫੀਡੈਂਸ ਜੋ ਹੈ ਡਾਊਨ ਹੋ ਜਾਂਦਾ ਹੈ। ਦੂਸਰਾ ਪ੍ਰੋਬਲਮ ਆਫ ਫਾਈਨਾਂਸ ਐਂਡ ਵਰਕਿੰਗ ਕੈਪੀਟਲ। ਜਦੋਂ ਵੂਮਨਸ ਕਹਿੰਦੇ ਬਿਜ਼ਨਸ ਸਟਾਰਟ ਕਰਦੀਆਂ ਸਭ ਤੋਂ ਵੱਡੀ ਪ੍ਰੋਬਲਮ ਉਹਨਾਂ ਨੂੰ ਇਹ ਆਉਂਦੀ ਹੈਗੀ ਕਿ ਉਹਨਾਂ ਕੋਲ ਫਾਈਨਾਂਸ ਦੀ ਪ੍ਰੋਬਲਮਸ ਹੋ ਜਾਂਦੀ ਹੈਗੀ ਹੈ, ਪਲੱਸ ਉਹ ਵਰਕਿੰਗ ਕੈਪੀਟਲ ਨੂੰ ਮੈਨੇਜ ਨਹੀਂ ਕਰ ਪਾਉਂਦੇ। ਜਿੰਨਾ ਬਿਜ਼ਨਸ ਦੇ ਵਿੱਚ ਪੈਸਾ ਲਗਾ ਕੇ ਸਟਾਰਟ ਕਰਨਾ ਹੁੰਦਾ ਹੈ ਕਿਉਂਕਿ ਉਹ ਪੈਸਾ ਮੈਨੇਜ ਕਰਨਾ ਜ਼ਰੂਰੀ ਹੁੰਦਾ ਹੈ। ਕੋਈ ਪੈਸੇ ਦੇ ਵਿੱਚ ਤੁਸੀਂ ਮੰਨ ਲਓ ਵੀ 2-3 ਲੱਖ ਲਗਾ ਕੇ ਬਿਜ਼ਨਸ ਸਟਾਰਟ ਕਰ ਲਓਗੇ, ਉਹ 2-3 ਲੱਖ ਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਮੈਨੇਜਮੈਂਟ ਆਫ ਵਰਕਿੰਗ ਕੈਪੀਟਲ। ਫਿਰ ਹੈਗਾ ਕਹਿੰਦਾ ਸੋਸ਼ਲ ਕਲਚਰ ਬੈਰੀਅਰ। ਸੋਸ਼ਲ ਕਲਚਰ ਬੈਰੀਅਰ ਮੀਨਸ ਬਹੁਤ ਜਗ੍ਹਾ ਇਦਾਂ ਦੀਆਂ ਹੈਗੀਆਂ ਨੇ ਜਿੱਥੇ ਕਹਿੰਦਾ ਕਲਚਰ ਦੇ ਅਕੋਰਡਿੰਗ ਰੁਕਾਵਟਾਂ ਹੈਗੀਆਂ ਵੂਮਨ ਦੇ ਰਸਤੇ ਵਿੱਚ, ਉਹ ਬਿਜ਼ਨਸ ਨਹੀਂ ਕਰ ਸਕਦੇ। ਐਗਜ਼ਾਮਪਲ ਆਪਾਂ ਲਈਏ ਅੱਜ ਦੇ ਟਾਈਮ ਦੇ ਜਿਵੇਂ ਲੋਕ ਪਰਦੇ ਦੇ ਵਿੱਚ ਰਹਿਣਾ, ਬਹੁਤ ਜਗ੍ਹਾ ਇਦਾਂ ਦੀ ਹੈਗੀਆਂ ਨੇ ਵੀ ਸਿਰਫ ਵੂਮਨ ਕਹਿੰਦਾ ਵੀ ਤੁਸੀਂ ਘੁੰਗੜ ਕਰਕੇ ਰਹਿਣਾ ਹੈਗਾ। ਜਿਵੇਂ ਅਸੀਂ ਕਿ ਮੁਸਲਿਮ ਲੇਡੀਜ਼ ਦੇ ਵਿੱਚ ਹੈਗਾ ਉਹਨਾਂ ਨੂੰ ਤਾਂ ਪਰਦੇ ਤੋਂ ਬਾਹਰ ਹੀ ਨਹੀਂ ਆਉਣ ਦਿੱਤਾ ਜਾਂਦਾ। ਜਾਂ ਬਹੁਤ ਸਾਰੇ ਇਦਾਂ ਦੇ ਨੇ ਵੀ ਜਿਹਨੇ ਕਾਫੀ ਲੰਬੇ ਘੁੰਗਟ, ਆਪਾਂ ਜਿਵੇਂ ਕਿ ਯੂਪੀ ਬਿਹਾਰ ਸਾਈਡ ਵੀ ਕਾਫੀ ਲੋਕ ਜਾਂ ਹਰਿਆਣਾ ਸਾਈਡ ਇਦਾਂ ਦੇ ਹੈਗੇ ਨੇ, ਉਹੀ ਲੋਕ ਸਮਝਦੇ ਨੇ ਕਿ ਸਾਡੀਆਂ ਲੇਡੀਜ਼ ਕਦੀ ਵੀ ਕੰਮ ਨਹੀਂ ਕਰਨੀ ਹੈਗੀ। ਤਾਂ ਸੋਸ਼ਲ ਕਲਚਰ ਜੋ ਧਰਮ ਦੇ ਅਕੋਰਡਿੰਗ ਜਾਂ ਰਿਲੀਜਨ ਦੇ ਅਕੋਰਡਿੰਗ ਵੈਰੀਜ਼ ਰੁਕਾਵਟਾਂ ਹੈਗੀਆਂ, ਉਸ ਬੇਸ ਤੇ ਵੀ ਵੂਮਨ ਇੰਟਰਪ੍ਰੈਨਿਓਰਸ ਜੋ ਆਪਣੇ ਸਕਿੱਲਸ ਅੱਗੇ ਨਹੀਂ ਲੈ ਕੇ ਆ ਪਾਉਂਦੀਆਂ। ਫਿਰ ਆਉਂਦੀ ਪ੍ਰੋਡਕਸ਼ਨ ਪ੍ਰੋਬਲਮ। ਪ੍ਰੋਡਕਸ਼ਨ ਮੀਨਸ ਮੰਨ ਲਓ ਕੁਝ ਕੰਪਨੀਆਂ ਦੇ ਵਿੱਚ ਜਿਵੇਂ ਵੂਮਨ ਦੇ ਬਿਜ਼ਨਸ ਸਟਾਰਟ ਕੀਤਾ ਹੋਇਆ ਲੇਕਿਨ ਉਹ ਪ੍ਰੋਡਕਸ਼ਨ ਦੇ ਕੰਮ ਨੂੰ ਪ੍ਰੋਪਰ ਤਰੀਕੇ ਨਾਲ ਸੰਭਾਲ ਨਹੀਂ ਪਾਉਂਦੀ ਹੈਗੀ ਕਿਉਂਕਿ ਉੱਥੇ ਕੋਈ ਸਿੰਗਲ ਪਰਸਨ ਨਹੀਂ ਹੁੰਦਾ ਜਿਹਦੀ ਕੇਅਰ ਕਰਨੀ ਹੁੰਦੀ। ਉਹਨਾਂ ਨੇ ਕਾਫੀ ਪਰਸਨ ਪ੍ਰੋਡਕਸ਼ਨ ਦੇ ਵਿੱਚ ਕੰਮ ਕਰਦੇ ਨੇ ਤਾਂ ਉਹਨਾਂ ਦੀ ਕੇਅਰ ਲਈ ਉਹਨਾਂ ਨੂੰ ਨੈਕਸਟ ਅੱਗੇ ਪਰਸਨਸ ਦੀ ਕਾਫੀ ਲੋੜ ਪੈਂਦੀ ਹੈਗੀ ਜਿਵੇਂ ਮੈਨੇਜਮੈਂਟ ਦੀ। ਤਾਂ ਪ੍ਰੋਡਕਸ਼ਨ ਦੀ ਕਾਫੀ ਪ੍ਰੋਬਲਮ ਆਉਂਦੀ ਹੈ ਜਿਹੜੇ ਮਤਲਬ ਜੈਂਟਸ ਵਗੈਰਾ ਹੋਣਗੇ ਉਹ ਤਾਂ ਪ੍ਰੋਬਲਮਸ ਨੂੰ ਇੱਧਰ ਉੱਧਰ ਜਾ ਕੇ ਸੋਲਵ ਵੀ ਕਰ ਸਕਦੇ ਹੈਗੇ ਨੇ। ਵੂਮਨਸ ਹਰ ਜਗ੍ਹਾ ਨਹੀਂ ਜਾ ਪਾਉਂਦੀ ਹੈਗੀਆਂ ਵੀ ਭੱਜ ਦੌੜ ਜ਼ਿਆਦਾ ਕਰਨੀ ਹੋਵੇ, ਉਹ ਤਾਂ ਸਿਰਫ ਆਪਣੇ ਆਈਡੀਆਜ਼ ਵਗੈਰਾ ਦੇ ਸਕਦੀਆਂ ਜੋ ਨਾਰਮਲ ਬਿਜ਼ਨਸ ਦੇ ਵਿੱਚ ਚਲਾ ਸਕਦੀਆਂ ਕਿ। ਫਿਰ ਹੈਗਾ ਇਨਐਫੀਸ਼ੀਐਂਟ ਮਾਰਕੀਟਿੰਗ ਅਰੇਂਜਮੈਂਟ। ਕਈ ਵਾਰ ਮਾਰਕੀਟ ਦੇ ਵੀ ਅਰੇਂਜਮੈਂਟ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਪਾਉਂਦੇ ਹੈਗੇ ਜਾਂ ਮਾਰਕੀਟ ਦੇ ਵਿੱਚ ਪ੍ਰੋਪਰ ਨੌਲੇਜ ਨਹੀਂ ਮਿਲ ਪਾਉਂਦੀ ਕਿਉਂਕਿ ਅਸੀਂ ਮੰਨ ਲਓ ਜਿਵੇਂ ਮਾਈਕਰੋਸਫੀਅਰ ਦੀ ਐਗਜ਼ਾਮਪਲ ਕੀਤੀ ਸੀ ਵੀ ਛੋਟੇ ਦੇ ਏਰੀਆ 'ਚ ਮੰਨ ਲਓ ਵੂਮਨ ਨੂੰ ਸਾਰੀ ਸੰਗਤ ਪਰਸਨ ਜਾਣਦੇ ਹੈਗੇ ਨੇ, ਉੱਥੇ ਤਾਂ ਪ੍ਰੋਬਲਮ ਸੋਲਵ ਹੋ ਜਾਣੀ ਹੈ। ਅਦਰ ਮਾਰਕੀਟ ਦੇ ਵਿੱਚ ਜਦੋਂ ਜਾਣਾ ਹੈਗਾ ਦੂਸਰੇ ਪਰਸਨਸ ਕਿੱਦਾਂ ਦੇ ਆਉਣਗੇ, ਉਹ ਕੋਆਪਰੇਸ਼ਨ ਕਰਨਗੇ ਜਾਂ ਨਹੀਂ ਕਰਨਗੇ, ਇਹ ਚੀਜ਼ ਹਮੇਸ਼ਾ ਇਫੈਕਟ ਕਰਦੀ ਹੈ। ਕਈ ਲੋਕ ਕੀ ਹੈ ਵੂਮਨ ਨੂੰ ਨੀਚੇ ਦਿਖਾਉਣ ਲਈ ਕਦੀ ਉਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਹੈਗਾ, ਇਹ ਚੀਜ਼ਾਂ ਹਮੇਸ਼ਾ ਇਫੈਕਟ ਕਰਦੀ ਹੈਗੀ ਬਿਜ਼ਨਸ ਦੇ ਵਿੱਚ। ਉਸ ਤੋਂ ਬਾਅਦ ਲਿਖਿਆ ਵੀ ਸੁਜੈਸ਼ਨ ਫॉर द ਇੰਪਰੂਵਮੈਂਟ ਇਨ ਦ ਸਟੇਟਸ ਆਫ ਵੂਮਨ ਇੰਟਰਪ੍ਰੈਨਿਓਰ। ਅਗਰ ਵੂਮਨ ਇੰਟਰਪ੍ਰੈਨਿਓਰ ਦਾ ਜਿਹੜਾ ਸਟੇਟਸ ਤੁਸੀਂ ਬੈਸਟ ਕਰਨਾ ਹੈਗਾ ਤਾਂ ਉਹਦੇ ਲਈ ਕੁਝ ਪੁਆਇੰਟ ਲਿਖੇ ਗਏ ਨੇ ਕਿ ਸੁਜੈਸ਼ਨਸ ਹੋ ਸਕਦੇ। ਸਭ ਤੋਂ ਪਹਿਲਾਂ ਐਕਵਾਇਰ ਸਮ ਐਕਸਪਰਟਾਈਟ ਇਨ ਡੀਲਿੰਗ ਵਿਦ ਮਨੀ। ਸਭ ਤੋਂ ਪਹਿਲਾਂ ਜ਼ਰੂਰੀ ਹੈਗਾ ਕਿ ਉਹਨਾਂ ਨੂੰ ਨੌਲੇਜ ਜੋ ਵੀ ਪੈਸੇ ਨਾਲ ਡੀਲ ਕਿਸ ਤਰ੍ਹਾਂ ਕਰਨਾ ਹੈਗਾ ਤਾਂ ਕਹਿੰਦਾ ਕੰਮ ਵੂਮਨ ਇੰਟਰਪ੍ਰੈਨਿਓਰ ਅੱਗੇ ਨਿਕਲ ਕੇ ਆ ਸਕਦੇ ਨੇ। ਦੂਸਰਾ ਕੰਡਕਟ ਹੋਨੈਸਟ ਸੈਲਫ ਅਪਰਾਈਜ਼ਲਸ। ਹਮੇਸ਼ਾ ਕੋਸ਼ਿਸ਼ ਕਰੋ ਕਿ ਉਹ ਆਪਣੀ ਪ੍ਰਸ਼ੰਸਾ ਕਿੱਦਾਂ ਕਰਨੀ ਹੈਗੀ ਹੈ, ਉਹਨਾਂ ਨੂੰ ਇਹ ਚੀਜ਼ ਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਮੈਂ ਆਪਣਾ ਕੰਮ ਕਿਸੇ ਤਰ੍ਹਾਂ ਦਿਖਾ ਸਕਦੀ ਹਾਂ। ਥਰਡ ਗੇਨ ਆਕਿਊਪੇਸ਼ਨਲ ਵਰਕ ਐਕਸਪੀਰੀਅੰਸ। ਹਮੇਸ਼ਾ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਕਰਨੀ ਕੋਈ ਵੂਮਨ ਇੰਟਰਪ੍ਰੈਨਿਓਰ ਕੋਸ਼ਿਸ਼ ਕਰਨ ਕਿ ਉਹਦਾ ਐਕਸਪੀਰੀਅੰਸ ਪਹਿਲਾਂ ਗੇਨ ਕਰਨਾ।
ਕਿਉਂਕਿ ਉਦਾਂ ਦੇ ਅਸੀਂ ਕਹਿ ਸਕਦੇ ਵੀ ਇੰਟਰਪ੍ਰੈਨਿਓਰ ਕਹਿ ਸਕਦੇ ਹਾਂ ਵੀ ਉਹਨਾਂ ਨੇ ਪਹਿਲਾਂ ਕਿਸੇ ਦੇ ਕੋਲ ਇਦਾਂ ਕੰਮ ਕਰ ਲੈਣ, ਪ੍ਰੋਪਰ ਉਹਦੀ ਨੌਲੇਜ ਲੈਣ, ਫਿਰ ਉਹ ਬਿਜ਼ਨਸ ਉਦਾਂ ਦਾ ਸਟਾਰਟ ਕਰਨ। ਪ੍ਰਾਇੋਰਟਾਈਜ਼ਿੰਗ ਰਿਸਪੌਂਸਿਬਿਲਿਟੀ, ਹਮੇਸ਼ਾ ਕਹਿੰਦਾ ਆਪਣੀ ਰਿਸਪੌਂਸਿਬਿਲਿਟੀ ਨੂੰ ਪ੍ਰਾਇੋਰਟੀ ਦੇਣ, ਕਿਉਂਕਿ ਅਗਰ ਤੁਸੀਂ ਜਦੋਂ ਵੂਮਨ ਕੋਈ ਪਰਸਨ ਬਿਜ਼ਨਸ ਸਟਾਰਟ ਕਰੂਗੀ ਉਹਨੂੰ ਬਿਜ਼ਨਸ ਦੇ ਨਾਲ ਉਹਨਾਂ ਨੂੰ ਘਰ ਵੀ ਦੇਖਣਾ ਪੈਂਦਾ ਹੈਗਾ, ਤਾਂ ਉਹਨਾਂ ਨੂੰ ਕਹਿੰਦਾ ਇਹ ਚੀਜ਼ ਦੇਖਣੀ ਪਊਗੀ ਵੀ ਕਿਹੜੀ ਚੀਜ਼ ਜਿਹੜੀ ਉਹਨਾਂ ਲਈ ਪ੍ਰਾਇੋਰਟੀ ਬੇਸ ਤੇ ਹੈ ਤਾਂ ਉਹ ਚੀਜ਼ ਉਹ ਕੰਪਲੀਟ ਕਰਨ। ਇਸਟੈਬਲਿਸ਼ ਸਪੋਰਟ ਸਿਸਟਮ, ਹਮੇਸ਼ਾ ਇੱਕ ਸਪੋਰਟ ਸਿਸਟਮ ਸਟੈਬਲਿਸ਼ ਹੋਣਾ ਚਾਹੀਦਾ ਕਿ ਸਾਰੇ ਲੋਕ ਸਪੋਰਟ ਕਰਨ ਵਾਲੇ ਹੋਣ, ਵੀ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜਦੋਂ ਕੋਈ ਬਿਜ਼ਨਸ ਹੋ ਰਿਹਾ ਤਾਂ ਫੈਮਿਲੀ ਮੈਂਬਰਸ ਹੋ ਗਏ ਜਾਂ ਫਿਰ ਰਿਸ਼ਤੇਦਾਰ ਹੋ ਗਏ, ਸਾਰੇ ਸਪੋਰਟ ਕਰਨ ਵਾਲੇ ਹੋਣ, ਕੋਈ ਗਲਤ ਕਹਿਣ ਵਾਲਾ ਨਾ ਹੋਵੇ। ਬੀ ਡਿਟਰਮਾਈਨਡ ਐਂਡ ਪ੍ਰੋਫੈਸ਼ਨਲ ਇਨ ਦੀ ਬਿਜ਼ਨਸ, ਹਮੇਸ਼ਾ ਆਪਣੇ ਬਿਜ਼ਨਸ ਦੇ ਵਿੱਚ ਪ੍ਰੋਫੈਸ਼ਨਲ ਰਹਿਣ। ਪ੍ਰੋਫੈਸ਼ਨਲ ਰਹਿਣ ਦਾ ਮਤਲਬ ਕਿ ਬਿਜ਼ਨਸ ਦੇ ਵਿੱਚ ਫੈਮਿਲੀ ਨੂੰ ਬਿਲਕੁਲ ਅਲੱਗ ਰੱਖਣ, ਕਿਉਂਕਿ ਜਦੋਂ ਬਿਜ਼ਨਸ ਦੀ ਗੱਲ ਹੋਊਗੀ ਤਾਂ ਬਿਜ਼ਨਸ ਦੀ ਹੋਊਗੀ, ਜਦੋਂ ਫੈਮਿਲੀ 'ਚ ਪਹੁੰਚ ਗਈ ਤਾਂ ਫੈਮਿਲੀ ਦੀ ਹੋਊਗੀ। ਤਾਂ ਇਹ ਕੁਝ ਸੁਜੈਸ਼ਨ ਹੈ ਕਹਿੰਦਾ ਵੂਮਨ ਐਂਟਰਪ੍ਰੈਨਿਓਰ ਇਸ ਬੇਸ ਦੇ ਨਾਲ ਕਹਿੰਦਾ ਅੱਗੇ ਈਜ਼ੀਲੀ ਬਿਜ਼ਨਸ ਨਾਲ ਜਾ ਸਕਦੀ ਹੈਗੀ। ਫਿਰ ਹੈਗਾ ਵੂਮਨ ਇੰਪਾਵਰਮੈਂਟ, ਸਾਡਾ ਨੇਸ਼ਨ ਕਹਿੰਦਾ ਹਮੇਸ਼ਾ ਵੂਮਨ ਇੰਪਾਵਰਮੈਂਟ ਦੇ ਵਿੱਚ ਅੱਗੇ ਆਉਂਦਾ, ਕਿਉਂਕਿ ਸਾਡਾ ਨੇਸ਼ਨ ਜਿਵੇਂ ਸਾਡੀ ਗਵਰਨਮੈਂਟਸ ਹੈ ਵੂਮਨ ਨੂੰ ਅੱਗੇ ਆਉਣ ਲਈ ਹਮੇਸ਼ਾ ਓਪਰਚੁਨਿਟੀਜ਼ ਵਗੈਰਾ ਪ੍ਰੋਵਾਈਡ ਕਰਦੇ ਨੇ। ਪਿੱਛੇ ਜੀ ਬਹੁਤ ਸਾਰੀ ਸਕੀਮਸ ਗਵਰਨਮੈਂਟ ਨੇ ਲਗਾਈ ਸੀ, ਅਗਰ ਕੋਈ ਵੂਮਨ ਬਿਜ਼ਨਸ ਸਟਾਰਟ ਕਰਦੇ ਵਿਦਾਊਟ ਕਿਸੇ ਪ੍ਰੂਫ ਮੀਨਸ ਉਸੇ ਆਧਾਰ ਕਾਰਡ ਪੈਨ ਕਾਰਡ ਦੇ ਕੇ, ਜਿਵੇਂ ਅੱਜਕੱਲ੍ਹ ਟਾਈਮ 'ਚ ਲੋਨ ਵਗੈਰਾ ਮਿਲਦੇ ਨੇ, ਮਥੂਟ ਫਾਈਨਾਂਸ ਹੋ ਗਈ, ਫਾਈਨਾਂਸ ਇਦਾਂ ਦੀ ਮਤਲਬ ਛੋਟੀ ਸੰਸਥਾਵਾਂ ਜਿਵੇਂ ਖੁੱਲ੍ਹੀਆਂ ਹੋਈਆਂ, ਤਾਂ ਅਸੀਂ ਕਹਿੰਦਾ ਆਲ ਰਿਸਪੈਕਟ ਦੇ ਨਾਲ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਫਾਈਨਾਂਸ ਵਗੈਰਾ, ਜਿਹਨਾਂ ਨਾਲ ਉਹ ਬਿਜ਼ਨਸ ਸਟਾਰਟ ਕਰ ਸਕਦੇ ਨੇ। ਵੂਮਨ ਇੰਪਾਵਰਮੈਂਟ, ਜਦੋਂ ਇੱਕ ਵੂਮਨ ਕਿਸੇ ਕੰਮ ਲਈ ਸਟਾਰਟ ਹੋਊਗੀ ਤਾਂ ਇਹ ਨਹੀਂ ਕਿ ਸਿਰਫ ਉਹ ਆਪਣਾ ਬਿਜ਼ਨਸ ਸਟਾਰਟ ਕਰੂਗੀ, ਹੋਰ ਪਰਸਨਸ ਜਿਹੜੇ ਹੋਰ ਵੂਮਨਸ ਵੀ ਹੋਣਗੇ ਉਹਨਾਂ ਨੂੰ ਵੀ ਓਪਰਚੁਨਿਟੀਜ਼ ਦਿੰਦੀਆਂ ਹੈਗੀਆਂ ਵੂਮਨਸ, ਜਿਸ ਬੇਸ ਨਾਲ ਬਿਜ਼ਨਸ ਈਜ਼ੀ ਬੇਸ ਨਾਲ ਹੋ ਸਕਦਾ ਹੈਗਾ। ਗਵਰਨਮੈਂਟ ਵੱਲੋਂ ਵੀ ਫੈਸਿਲਿਟੀਜ਼ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਜਦ ਤੱਕ ਕਿਸੇ ਕੰਟਰੀ ਦੀ ਗਵਰਨਮੈਂਟ ਕਹਿੰਦਾ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕਰਦੀ ਹੈਗੀ, ਐਗਜ਼ਾਮਪਲ ਜਿਵੇਂ ਸੈਲਫ ਹੈਲਪ ਗਰੁੱਪਸ ਹੋ ਗਿਆ, ਇਹ ਸਾਡੇ ਅਗਲੇ ਟੌਪਿਕ 'ਚ ਆਉਣਾ ਹੈਗਾ, ਗ੍ਰਾਸ ਰੂਟ ਐਂਟਰਪ੍ਰੈਨਿਓਰ ਹੋ ਗਏ, ਇਹ ਸਾਰੀਆਂ ਫੈਸਿਲਿਟੀਜ਼ ਕਹਿੰਦਾ ਗਵਰਨਮੈਂਟ ਨੇ ਹੀ ਖੁਦ ਪ੍ਰੋਵਾਈਡ ਦਿੱਤੀਆਂ ਹੈਗੀਆਂ। ਗਵਰਨਮੈਂਟ ਖੁਦ ਕਹਿੰਦੀ ਹੈ ਕਿ ਤੁਸੀਂ ਆਪਣੇ ਘਰਾਂ 'ਚ ਰਹਿ ਕੇ ਜਾਂ ਜਿਸ ਤਰ੍ਹਾਂ ਵੀ ਤੁਸੀਂ ਬਿਜ਼ਨਸ ਸਟਾਰਟਅਪ ਕਰਨਾ ਚਾਹੁੰਦੇ ਹੋ, ਜੋ ਸਕਿੱਲਸ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਅੱਗੇ ਲੈ ਕੇ ਆਓ, ਉਹਦੇ ਲਈ ਗਵਰਨਮੈਂਟ ਖੁਦ ਸਪੋਰਟ ਕਰਦੀ ਹੈਗੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਫਾਇਦਾ ਹੁੰਦੀਆਂ ਨੇ ਵੂਮਨ ਇੰਪਾਵਰਮੈਂਟ ਲੈ ਕੇ ਆਉਣ ਲਈ।